ਜੱਜ ਦਾ ਵਿਚਾਰ। सत श्री अकाल जी। प्राइम एशिया टीवी ते तुहाडा सारिਆਂ ਦਾ ਸਵਾਗਤ ਹੈ। ਪ੍ਰੋਗਰਾਮ ਚਾਈ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹਾਂ। ਮੈਂ ਹਾਂ ਹਰਮਨ ਥਿੰਦ। ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਹਾਜ਼ਰ ਨੇ ਸਵਰਨ ਸਿੰਘ ਟਾਣਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ, ਕੀ ਹਾਲ ਚਾਲ? ਬਹੁਤ ਵਧੀਆ, ਚੜ੍ਹਦੀ ਕਲਾ। ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਜ਼ਿੰਦਾਬਾਦ ਆ, ਹਰ ਰੋਜ਼ ਦੀ ਤਰ੍ਹਾਂ ਗੁਲਜ਼ਾਰ ਆ ਬਈ ਜੀ। ਤੇ ਮੌਸਮ ਕਿਵੇਂ? ਮੌਸਮ ਵੀ ਪੰਜਾਬ ਦਾ ਵਧੀਆ ਹਾਲ ਦੀ ਘੜੀ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਭਲਕ ਤੋਂ ਪੰਜਾਬ ਦੇ ਵਿੱਚ ਥੋੜੀ ਜਿਹੀ ਮੌਸਮ 'ਚ ਤਬਦੀਲੀ ਹੋ ਸਕਦੀ ਆ ਜੀ। ਬੱਦਲਵਾਈ ਹੋ ਸਕਦੀ ਆ, ਦਿਨ ਦੇ ਵੇਲੇ ਵੀ ਠੰਡ ਵੱਧ ਸਕਦੀ ਆ ਤੇ ਪੰਜਾਬ ਦੇ ਵਿੱਚ ਆਉਂਦੇ 2-3 ਦਿਨਾਂ ਦੇ ਵਿੱਚ ਕਈ ਥਾਵਾਂ ਤੇ ਕਣੀਆਂ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਆ ਜੀ। ਸੋ ਹਾਲ ਦੀ ਘੜੀ ਮੌਸਮ ਠੀਕ ਆ, ਰਾਤ ਦੇ ਵੇਲੇ ਠੰਡ ਆ ਤੇ ਅੱਜ ਤਾਂ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਆ ਸੋਹਣੀ ਧੁੱਪ ਨਿਕਲੀ ਵੀ ਆ। ਜੀ ਬਿਲਕੁਲ। ਤੇ ਮੌਸਮ ਜਿਹੜਾ ਲਗਾਤਾਰ ਬਦਲਦਾ ਜਾ ਰਿਹਾ ਹੈ, ਹਰ ਰੋਜ਼ ਤਾਪਮਾਨ ਜਿਹੜਾ ਹੈ ਉਹ ਹੇਠਾਂ ਨੂੰ ਆ ਰਿਹਾ ਹੈ, ਠੰਡ ਵੱਧਦੀ ਜਾ ਰਹੀ ਹੈ ਔਰ ਇਸ ਮੌਸਮ ਦੇ ਵਿੱਚ ਖਾਸ ਤੌਰ ਤੇ ਆਪਣਾ ਖਿਆਲ ਰੱਖਣ ਦੀ ਜ਼ਰੂਰਤ ਹੈ। ਤੇ ਹੁਣ ਚਾਈ ਦੇ ਵਿਚਾਰ ਦੀ ਸਾਂਝ ਪਾਈਏ। ਚਾਈ ਦਾ ਵਿਚਾਰ ਇਹ ਆ ਵੀ ਜਿਹੜੇ ਨਾ ਬੰਦੇ ਗੱਲ ਨੂੰ ਭੁੱਲ ਜਾਂਦੇ ਆ ਵੀ ਪਹਿਲਾਂ ਅਸੀਂ ਕੀ ਕਹਿੰਦੇ ਰਹੇ ਆ ਤੇ ਅੱਜ ਅਸੀਂ ਕੀ ਕਹਿੰਦੇ ਜਾਂ ਕਰਦੇ ਆ, ਉਹਨਾਂ ਦੇ ਨਾਲ ਜੁੜਿਆ ਹੋਇਆ। 2014 ਤੱਕ ਜਿਹੜੇ ਲੋਕ ਖੌਰੂ ਪਾਉਂਦੇ ਸੀ ਮਹਿੰਗਾਈ ਬਹੁਤ ਵੱਧ ਗਈ, ਟਮਾਟਰਾਂ ਦੀ ਕੀਮਤ 'ਚ ਵਾਧਾ ਹੋ ਗਿਆ, ਗੰਢੇ ਮਹਿੰਗੇ ਹੋ ਗਏ ਆ, ਤੇਲ ਦੀਆਂ ਕੀਮਤਾਂ 'ਚ ਵਾਧਾ ਹੋ ਗਿਆ, ਸਿਲੰਡਰ ਨੂੰ ਅੱਗ ਲੱਗੀ ਪਈ ਆ, ਲੋਕ ਕਿੱਥੇ ਜਾਣ, ਗਰੀਬ ਦੀ ਰਸੋਈ ਵਿਹਲੀ ਕਰਤੀ, ਉਹਨਾਂ ਦੇ ਨਾਲ ਸੰਬੰਧਿਤ ਇਹ ਸ਼ੇਰ ਆ। ਬਾਅਦ ਦੇ ਵਿੱਚ ਜਿਹੜੇ ਚੁੱਪ ਜੀ ਵੱਟ ਗਏ ਉਹਨਾਂ ਦੇ ਬਾਬਤ ਮਿਰਜ਼ਾ ਗਾਲਿਬ ਸਾਹਿਬ ਦਾ ਇੱਕ ਸ਼ੇਰ ਟੁਕਦਾ ਕਿ ਉਹ ਬੰਦ ਕਰਵਾਨੇ ਗਏ ਥੇ, वो बंद करवाने गए थे तवाइफों के कोठे, वो बंद करवाने गए थे तवाइफों के कोठे, मगर सिक्कों की खनक देखकर खुद ही मुजरा करने बैठ गए। क्या बात है, कमाल कर ਦਿੱਤੀ। ਮਿਹਰਬਾਨੀ। ਬਹੁਤ ਸਾਰੇ ਲੋਕ ਇਹੋ ਜਿਹੇ ਤੁਹਾਨੂੰ ਲੱਭ ਜਾਂਦੇ ਨੇ ਅੱਜ ਵੀ, ਤਾਂ ਹੀ ਇਹੋ ਜਿਹਾ ਹਾਲ ਹੋਇਆ ਹੋਇਆ, ਇਹਦੇ 'ਚ ਕੋਈ ਦੋ ਰਾਏ ਨਹੀਂ। ਇਹੋ ਜਿਹੇ ਲੋਕਾਂ ਦਾ ਕਰਕੇ ਅੱਜ ਇਹ ਹਾਲਾਤ ਬਣੇ ਹੋਏ ਨੇ। ਸੋ ਇਹੋ ਜਿਹੇ ਲੋਕਾਂ ਨੂੰ ਪਛਾਣਨਾ ਵੀ ਚਾਹੀਦਾ ਹੈ, ਇਹੋ ਜਿਹੇ ਲੋਕਾਂ ਤੋਂ ਦੂਰੀ ਵੀ ਵੱਟ ਕੇ ਰੱਖਣੀ ਚਾਹੀਦੀ ਹੈ, ਕਿਉਂਕਿ ਇਹੋ ਜਿਹੇ ਲੋਕ ਆਪ ਤਾਂ ਡੁੱਬਦੇ ਹੀ ਨੇ ਤੇ ਦੂਜੇ ਨੂੰ ਵੀ ਨਾਲ ਲੈ ਕੇ ਡੁੱਬਦੇ ਨੇ। ਆਪ ਤਾਂ ਡੁੱਬੇ, ਜਜਮਾਨ ਵੀ ਡੁੱਬੇ। ਬਿਲਕੁਲ ਸਹੀ ਹੈ। ਤੇ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਸਾਂਝਾ ਕਰੀਏ। ਕਹਿੰਦੇ ਆਪਣੇ ਜੀਵਨ ਨੂੰ ਮਹਾਨ ਬਣਾਉਣ ਲਈ, ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਮਹਾਨ ਬਣਾਉਣ ਲਈ ਤੁਹਾਡੇ ਵਿਸ਼ਵਾਸ ਦਾ ਤੁਹਾਡੇ ਡਰ ਤੋਂ ਵੱਡਾ ਹੋਣਾ ਬਹੁਤ ਜ਼ਰੂਰੀ ਹੈ। ਤੁਹਾਡੇ ਵਿਸ਼ਵਾਸ ਦਾ ਤੁਹਾਡੇ ਡਰ ਤੋਂ ਵੱਡਾ ਹੋਣਾ ਬਹੁਤ ਜ਼ਰੂਰੀ ਆ ਜੀ। ਕਿਉਂਕਿ ਜੇਕਰ ਤੁਹਾਡੇ ਅੰਦਰ ਵਿਸ਼ਵਾਸ ਹੋਊਗਾ, ਜੇਕਰ ਤੁਹਾਡੇ ਅੰਦਰ ਕੌਨਫੀਡੈਂਸ ਹੋਏਗਾ ਤਾਂ ਹੀ ਤੁਸੀਂ ਕੁਝ ਕਰ ਸਕੋਗੇ ਨਾ। ਜੇ ਪਹਿਲਾਂ ਹੀ ਡਰ ਗਏ ਕਿ ਨਹੀਂ ਹੋਣਾ, ਇਹ ਹੋ ਨਹੀਂ ਸਕਦਾ, ਇਹ ਕਿਵੇਂ ਹੋਊਗਾ, ਇਹ ਕੌਣ ਕਰੂਗਾ, ਤੇ ਫਿਰ ਉਹ ਡਰ ਜਿਹੜਾ ਹੈ ਉਹ ਤੁਹਾਡੇ ਲਈ ਕਹਿ ਲਓ ਇੱਕ ਬਹੁਤ ਵੱਡਾ ਹਥਿਆਰ ਬਣ ਕੇ ਆਉਂਦਾ ਜਿਹੜਾ ਸਭ ਕੁਝ ਖਤਮ ਕਰ ਦਿੰਦਾ, ਨਾਸ ਕਰ ਦਿੰਦਾ। ਜੇ ਤੁਹਾਨੂੰ ਆਪਣੇ ਆਪ ਤੇ ਭਰੋਸਾ ਨਹੀਂ, ਤੁਹਾਡੇ ਤੇ ਕੋਈ ਹੋਰ ਭਰੋਸਾ ਕਿਉਂ ਕਰੇ? ਪਹਿਲੀ ਗੱਲ ਤਾਂ ਇਹ ਆ। ਤੇ ਨਾਲੇ ਡਰ ਆ ਜਿਹੜਾ, ਡਰ ਦੇ ਅੱਗੇ ਸਿਆਣੇ ਕਹਿੰਦੇ ਭੂਤਰੇ ਨੱਚਦੇ ਆ। ਬਿਲਕੁਲ। ਇਹ ਤਾਂ ਗੱਲਾਂ ਕਹਿਣ ਕਹਾਉਣ ਦੀਆਂ। ਸਾਡੇ ਤਾਂ ਬੱਤਾ ਪੇ ਕਹਿੰਦੇ ਵੀ ਡਰ ਕੇ ਅੱਗੇ ਜੀਤ ਹੈ। ਸਾਡੇ ਤਾਂ ਚੱਲਦਾ ਇਹ ਭਾਰਤ ਦੇ ਵਿੱਚ। ਉਹ ਡਰਨ ਡੁਰਨ ਦੀ ਲੋੜ ਨਹੀਂ। ਕਿ ਦੇਖੋ ਜਿਹੜੀ ਗੱਲ ਆ ਨਾ ਵਾਜਬ, ਉੱਥੇ ਥੋੜੀ ਜਿਹੀ ਅੱਖ ਦੀ ਝੇਪ ਬਣਨੀ ਚਾਹੀਦੀ ਆ, ਅੱਖ ਦੀ ਸ਼ਰਮ ਹੁੰਦੀ ਆ। ਵਰਨਾ ਜੇਕਰ ਤੁਹਾਨੂੰ ਇਹ ਲੱਗਦਾ ਵੀ ਮੈਂ ਸਹੀ ਆ, ਫਿਰ ਡਰ ਕਾਹਦਾ? ਬਿਲਕੁਲ ਸਹੀ। ਫਿਰ ਕੋਈ ਡਰ ਡਰ ਨਹੀਂ ਹੁੰਦਾ ਜੀ। ਵਿਸ਼ਵਾਸ ਤੋਂ ਉੱਤੇ ਹੋਰ ਕੁਝ ਨਹੀਂ ਹੈ। ਕਹਿੰਦੇ ਆ ਉਹ, ਜਿਵੇਂ ਆਪਾਂ ਵੀ ਇੱਕ ਦਿਨ ਪਹਿਲਾਂ ਵੀ ਚਾਹੀਦਾ ਵਿਚਾਰ ਸਾਂਝਾ ਕੀਤਾ ਸੀ, ਕਹਿੰਦੇ ਆ ਜੇਕਰ ਵਿਸ਼ਵਾਸ ਹੋਏ ਤੁਹਾਡੇ ਅੰਦਰ ਤਾਂ ਵੱਡੇ ਵੱਡੇ ਪੱਥਰ ਚੁੱਕਣੇ ਵੀ ਕੋਈ ਔਖਾ ਕੰਮ ਨਹੀਂ ਹੈ, ਤੇ ਜੇ ਵਿਸ਼ਵਾਸ ਨਹੀਂ ਹੈ ਤਾਂ ਇੱਕ ਖੰਭ ਚੁੱਕਣਾ ਵੀ ਕਈ ਵਾਰ ਔਖਾ ਹੋ ਜਾਂਦਾ। ਬਿਲਕੁਲ ਸਹੀ ਗੱਲ ਹੈ। ਇੱਕ ਚੱਜ ਦਾ ਵਿਚਾਰ ਮੈਂ ਹੋਰ ਦੱਸਾਂ, ਉਹ ਇਹ ਹੈ ਕਿ ਠੰਡੀ ਰੋਟੀ ਅਕਸਰ ਉਹਨਾਂ ਲੋਕਾਂ ਨੂੰ ਹੀ ਨਸੀਬ ਹੁੰਦੀ ਹੈ। ਠੰਡੀ ਰੋਟੀ ਅਕਸਰ ਉਹਨਾਂ ਲੋਕਾਂ ਨੂੰ ਹੀ ਨਸੀਬ ਹੁੰਦੀ ਹੈ ਜਿਹੜੇ ਆਪਦੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਖਾਤਰ, ਆਪਦੇ ਪਰਿਵਾਰ ਦੇ ਤੋਰੀ ਫੁਲਕੇ ਦੀ ਖਾਤਰ, ਆਪਦੇ ਪਰਿਵਾਰ ਦੇ ਜੀਆਂ ਦੇ ਮੂੰਹ ਦੇ ਵਿੱਚ ਬੁਰਕੀ ਲਿਆ ਕੇ ਪਾਉਣ ਦੀ ਖਾਤਰ ਦੇਰ ਸਵੇਰ ਘਰ ਦੇ ਵਿੱਚ ਆਉਂਦੇ ਆ। ਉਹਨਾਂ ਦੇ ਲਈ ਛਾਬੇ ਦੇ ਵਿੱਚ ਰੋਟੀਆਂ ਰੱਖੀਆਂ ਪਈਆਂ ਹੁੰਦੀਆਂ ਵੀ ਭਾਈ, ਬੰਦਾ ਕਹਿੰਦਾ ਵੀ ਤੁਸੀਂ ਸੌਂ ਜਿਓ, ਮੇਰਾ ਕੀ ਪਤਾ ਵੀ 11 ਵਜੇ ਆਵਾਂ, 12 ਵਜੇ ਆਵਾਂ, 10:30 ਆ ਜਾ, 1 ਵਜੇ ਆਵਾਂ, ਤੁਸੀਂ ਸੌਂ ਜਿਓ, ਆਪਦੀ ਨੀਂਦ ਨਾ ਖਰਾਬ ਕਰਿਓ, ਮੈਂ ਆਪੇ ਤੱਤੀਆਂ ਕਰਕੇ ਖਾ ਲੂੰਗਾ। ਮੇਰੀਆਂ 4 ਰੋਟੀਆਂ, 2 ਰੋਟੀਆਂ, 3 ਰੋਟੀਆਂ ਛਾਬੇ 'ਚ ਰੱਖ ਦਿਓ। ਤੇ ਫਿਰ ਬੰਦਾ ਕਈ ਵਾਰੀ ਆਪ ਵੀ ਥੱਕਿਆ ਟੁੱਟਿਆ ਹੁੰਦਾ, ਉਹ ਕਈ ਵਾਰੀ ਤੱਤੀਆਂ ਕਰ ਵੀ ਲੈਂਦਾ, ਕਈ ਵਾਰੀ ਕਹਿੰਦਾ ਠੰਡੀਆਂ ਹੀ ਖਾ ਲੈਨੇ ਵੀ ਯਾਰ, ਫਿਰ ਕੀ ਹੁੰਦਾ। ਬਿਲਕੁਲ। ਪਰ ਸੱਚ ਜਾਣਿਓ, ਉਸ ਠੰਡੀ ਰੋਟੀ ਤੋਂ ਵੱਧ ਕੇ ਸਵਾਦ ਵੀ ਕੁਝ ਹੋਰ ਨਹੀਂ ਹੁੰਦਾ। ਕਿਉਂਕਿ ਜਦੋਂ ਬੰਦਾ ਸਾਰਾ ਦਿਨ ਮਿਹਨਤ ਕਰਦਾ, ਮੁਸ਼ੱਕਤ ਕਰਦਾ, ਸਾਰਾ ਦਿਨ ਇੱਕ ਕਰਕੇ ਤੇ ਕਹਿ ਲਓ ਵੀ ਰੋਟੀ ਕਮਾਉਂਦਾ ਹੈ ਨਾ, ਤੇ ਉਸ ਤੋਂ ਬਾਅਦ ਵਿੱਚ ਜੇ ਠੰਡੀ ਵੀ ਮਿਲ ਜੇ ਤਾਂ ਮੈਨੂੰ ਲੱਗਦਾ ਹੈ ਕਿ ਉਸ ਤੋਂ ਸਵਾਦਿਸ਼ਟ ਹੋਰ ਕੋਈ ਪਕਵਾਨ ਨਹੀਂ ਹੁੰਦਾ। ਬਿਲਕੁਲ ਜੀ। ਸਮੇਂ ਤੇ ਸਥਿਤੀਆਂ ਦੀ ਗੱਲ ਆ, ਇਹ ਮਨ ਨੂੰ ਸਮਝਾਉਣ ਵਾਲੀ ਗੱਲ ਆ। ਕਈ ਲੋਕ ਆ ਜਿਹੜੇ ਤੱਤੀ ਰੋਟੀ ਨੂੰ ਕਹਿਣਗੇ ਮੈਨੂੰ ਤੱਤੀ ਨਹੀਂ ਲੱਗਦੀ। ਉਹ ਜਿਵੇਂ ਇੱਕ ਗੀਤ ਨਹੀਂ ਆਇਆ ਸੀ, ਕਹਿੰਦੇ ਸਬਰ ਸ਼ੁਕਰ ਨਾਲ ਖਾ ਲਓ ਜਿਹੜੀ ਮੌਲਾ ਦੇ ਦੇਵੇ, ਕੋਈ ਫਰਕ ਨਹੀਂ ਪੈਂਦਾ ਰੋਟੀ ਤੱਤੀ ਠੰਡੀ ਦਾ। ਹਾਂ, ਗੱਲ ਤਾਂ ਸਹੀ ਆ, ਪਰ ਬੰਦੇ ਦੀ ਆਪੋ ਆਪਣੀ ਹੈਗੀ ਨਾ ਮਨ ਦੀ ਗੱਲ, ਬੰਦੇ ਦੇ ਮਨ ਦੀ ਅਵਸਥਾ, ਬੰਦੇ ਦੇ ਸਵਾਦ ਦੀ ਗੱਲ ਆ, ਬੰਦੇ ਨੂੰ ਕੀ ਚੰਗਾ ਲੱਗਦਾ ਕੀ ਨਹੀਂ ਲੱਗਦਾ ਉਹਦੀ ਗੱਲ ਆ। ਕਈ ਲੋਕ ਐਵੇਂ ਚੋਟਲੇ ਜਿਹੇ ਕਰੀ ਜਾਣਗੇ
ਨਗੋਚਾਂ ਜੀਆਂ, ਰੋਟੀ ਗੋਲ ਨਹੀਂ ਗਈ ਜੀ, ਰੋਟੀ ਐ ਨਹੀਂ ਗਈ, ਇਹ ਸੜ ਗਈ ਹੈ, ਇਹ ਸੜ ਗਈ ਹੈ, ਭੁੱਜ ਗਈ ਹੈ। ਹਾਂ, ਇਹ ਕੱਚੀ ਹੈ, ਹਾਂ। ਇਹ ਪੱਕੀ ਨਹੀਂ ਹੈ। ਵੈਸੇ ਤਾਂ ਚਲੋ ਕੱਚੀ ਦਾ ਤਾਂ ਪਤਾ ਲੱਗ ਜਾਂਦਾ ਵੀ ਢਿੱਡ ਦੁਖਣ ਲੱਗ ਜਾਂਦਾ ਬਾਅਦ ਚ, ਪਰ ਉਦਾਂ ਐਵੇਂ ਨਗੋਚਾਂ ਜੀਆਂ ਨਾ ਕੱਢੋ ਵੀ ਮਿਲੀ ਜਾਂਦੀ ਆ, ਇੰਨਾ ਹੀ ਬਹੁਤ ਆ। ਬਿਲਕੁਲ ਸਹੀ। ਸ਼ੁਕਰ ਕਰੋ ਬਾਬੇ ਦਾ। ਜੀ ਬਿਲਕੁਲ। ਟਾਣਾ ਸਾਹਿਬ, ਅਖੀਰ ਉਹ ਦਿਨ ਆ ਹੀ ਗਿਆ ਜਿਹੜੇ ਦਿਨ ਦੀ 1 ਸਾਲ ਤੋਂ ਉਡੀਕ ਸੀ। ਸਹੀ। ਜਿਹੜੇ ਦਿਨ ਦੇ ਬਾਰੇ ਚ 1 ਸਾਲ ਤੋਂ ਗੱਲਾਂ ਹੋ ਰਹੀਆਂ ਸੀ, ਜਿਹਦੇ ਬਾਰੇ ਚ ਉਡੀਕਿਆ ਜਾ ਰਿਹਾ ਸੀ ਕਦੋਂ ਉਹ ਦਿਨ ਆਊਗਾ, ਕਦੋਂ ਅਖੀਰ ਸਾਡੇ ਜਿਹੜੇ ਹੱਕ ਨੇ ਸਾਨੂੰ ਮਿਲਣਗੇ, ਕਦੋਂ ਸਾਡੀਆਂ ਮੰਗਾਂ ਪੂਰੀਆਂ ਹੋਣਗੀਆਂ ਤੇ ਕਦੋਂ ਇਹ ਜਿਹੜੇ 3 ਕਾਲੇ ਖੇਤੀ ਕਾਨੂੰਨ ਨੇ ਇਹ ਰੱਦ ਹੋਣਗੇ। ਸੋ ਹੁਣ ਫਾਈਨਲੀ ਅਖੀਰ ਉਹ ਰੱਦ ਹੋ ਗਏ। ਬਿਲਕੁਲ ਜੀ, 4 ਮਿੰਟਾਂ ਦੇ ਵਿੱਚ, ਸਿਰਫ 4 ਮਿੰਟਾਂ ਦੇ ਵਿੱਚ ਲੋਕ ਸਭਾ ਦੇ ਵਿੱਚ ਇਹ ਬਿੱਲ ਰੱਦ ਹੋ ਗਏ। ਕਾਟਾ ਫਿਰ ਗਿਆ ਜੀ ਕਾਨੂੰਨ ਦੇ ਉੱਤੇ, ਕਿਉਂਕਿ ਜਦੋਂ ਇਹ ਕਾਨੂੰਨ ਬਣ ਗਏ ਉਸ ਤੋਂ ਬਾਅਦ ਇਹਨਾਂ ਨੂੰ ਲੋਕ ਸਭਾ ਰਾਜ ਸਭਾ ਦੇ ਵਿੱਚ ਰੱਦ ਕਰਨ ਦੇ ਲਈ ਇਹਨਾਂ ਦੇ ਵਿਰੁੱਧ ਬਿੱਲ ਲਿਆਉਣਾ ਜ਼ਰੂਰੀ ਹੈ। ਬਿੱਲ ਪਾਸ ਹੋ ਗਿਆ 4 ਮਿੰਟਾਂ ਦੇ ਵਿੱਚ, 6 ਮਿੰਟਾਂ ਦੇ ਵਿੱਚ ਬਿੱਲ ਪਾਸ ਹੋ ਗਿਆ ਉਧਰ ਰਾਜ ਸਭਾ ਦੇ ਵਿੱਚ। ਕਹਿਣ ਦਾ ਭਾਵ ਹੈ ਵੀ ਜੇਕਰ ਸਰਕਾਰਾਂ ਚਾਹਣ ਤਾਂ ਕੁਝ ਕੁ ਮਿੰਟਾਂ ਤੇ ਸਕਿੰਟਾਂ ਦੀ ਗੱਲ ਹੁੰਦੀ ਆ, ਪਰ ਉਹ ਸਾਨੂੰ ਪਰਖੀ ਗਏ, ਸਾਨੂੰ ਸੂਈ ਦੇ ਨੱਕੇ ਵਿੱਚ ਦੀ ਲੰਘਾਉਣ ਦੀ ਕੋਸ਼ਿਸ਼ ਕਰਦੇ ਗਏ ਵੀ ਇਹ ਤੁਰ ਜਾਣਗੇ, ਇਹ ਖਿੰਡ ਜਾਣਗੇ, ਇਹਨਾਂ ਦੇ ਹੌਸਲੇ ਪਸਤ ਹੋ ਜਾਣਗੇ, ਪਰ ਇਦਾਂ ਹੋਇਆ ਨਹੀਂ। ਸਿਰੜ ਦੇ ਨਾਲ ਬੈਠੇ ਹੋਏ ਲੋਕਾਂ ਨੂੰ ਸਲਾਮ ਅਸੀਂ ਅੱਜ ਫੇਰ ਕਰਦੇ ਹਾਂ ਜੀ। ਤੇ 6 ਤੇ 4 10 ਹੋ ਗਏ। ਇਹਨਾਂ 10 ਮਿੰਟਾਂ ਖਾਤਰ ਅਸੀਂ 11 ਮਹੀਨਿਆਂ ਤੋਂ ਵੱਧ ਸਮਾਂ, ਕਿੰਨੇ 11 ਨਹੀਂ 12 ਮਹੀਨੇ ਕੁਛ ਦਿਨ, ਜੀ ਜੀ 12 ਮਹੀਨੇ ਕੁਛ ਦਿਨ ਤਾਂ ਸਾਨੂੰ ਬਾਰਡਰਾਂ ਤੇ ਬੈਠਿਆਂ ਨੂੰ ਹੋ ਗਏ ਜੀ। ਤੇ ਉਸ ਤੋਂ 2-2.5 ਮਹੀਨੇ ਪਹਿਲਾਂ ਅਸੀਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਬੈਠੇ। ਪੰਜਾਬ ਦੇ ਲੋਕਾਂ ਨੂੰ ਤਾਂ ਲਗਭਗ 1.5 ਸਾਲ ਹੋਣ ਵਾਲਾ ਜਿਹੜੇ ਕਿ ਧਰਨਿਆਂ ਦੇ ਉੱਤੇ ਬੈਠੇ ਹੋਏ ਆ। ਇਹ 10 ਮਿੰਟਾਂ ਖਾਤਰ 1.5 ਸਾਲ ਦਾ ਸਮਾਂ ਸੀ। ਆਕੜ ਜਿਹੜੀ ਆਕੜ ਬੰਦੇ ਨੂੰ ਬਹੁਤ ਵਧੀਆ ਮੁਕਾਮ ਦੇ ਉੱਤੇ ਨਹੀਂ ਲੈ ਕੇ ਜਾਂਦੀ, ਆਕੜ ਬੰਦੇ ਦਾ ਬਹੁਤ ਵੱਡਾ ਨੁਕਸਾਨ ਕਰਦੀ ਹੈ। ਪਰ ਮੈਨੂੰ ਇੱਕ ਚੀਜ਼ ਸਮਝ ਨਹੀਂ ਆਈ ਟਾਣਾ ਸਾਹਿਬ, ਜਦੋਂ ਵਿਰੋਧੀ ਧਿਰਾਂ ਵਾਰ-ਵਾਰ ਇਹ ਗੱਲ ਕਹਿ ਰਹੀਆਂ ਸੀ ਕਿ ਬਹਿਸ ਹੋਣੀ ਚਾਹੀਦੀ ਹੈ, ਇਹਦੇ ਉੱਪਰ ਬਹਿਸ ਹੋਣੀ ਚਾਹੀਦੀ ਹੈ, ਤੁਸੀਂ ਕਹਿੰਦੇ ਹੋ ਖੇਤੀ ਕਾਨੂੰਨ ਚੰਗੇ ਹੀ ਬਹੁਤ ਸੀ, ਇਹਦੇ ਤੇ ਬਹਿਸ ਹੋਣੀ ਚਾਹੀਦੀ ਹੈ, ਤੇ ਫਿਰ ਜੇ ਇੰਨੇ ਚੰਗੇ ਸੀ ਤੇ ਬਹਿਸ ਲਈ ਰਾਜ਼ੀ ਕਿਉਂ ਨਹੀਂ ਹੋਏ? ਨਹੀਂ, ਜੇ ਚੰਗੇ ਹੁੰਦੇ ਤਾਂ ਵਾਪਸੀ ਕਿਉਂ ਲੈਂਦੇ? ਪਤਾ ਸੀ ਵੀ ਬਹਿਸ ਨਹੀਂ ਜ਼ਲੀਲ ਹੋਣਾ ਜੀ, ਇਸ ਕਰਕੇ ਰਹਿਣ ਦਿਓ। ਨਹੀਂ ਚਲੋ 1 ਮਿੰਟ ਦੇ ਲਈ ਜੇ ਆਪਾਂ ਇਹ ਵੀ ਮੰਨ ਲਈਏ ਕਿ ਚਲੋ ਅੰਦੋਲਨ ਬਹੁਤ ਵੱਡਾ ਸੀ, ਸੰਘਰਸ਼ ਬਹੁਤ ਵੱਡਾ ਸੀ, ਇਸ ਲਈ ਲੋਕਾਂ ਅੱਗੇ ਗੋਡੇ ਟੇਕ ਦਿੱਤੇ ਸਰਕਾਰ ਨੇ, ਪਰ ਕਿਉਂਕਿ ਜਿਸ ਦਿਨ ਰੱਦ ਕੀਤੇ ਨੇ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਐਲਾਨ ਕੀਤਾ ਜਿਸ ਦਿਨ ਕਿ ਅਸੀਂ ਰੱਦ ਕਰਦੇ ਹਾਂ ਗੁਰਪੁਰਬ ਦੇ ਮੌਕੇ, ਜੀ ਉਸ ਦਿਨ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਸਮਝਾ ਨਹੀਂ ਪਾਏ ਕਿਸਾਨਾਂ ਨੂੰ, ਅਸੀਂ ਸਮਝਾਉਣ 'ਚ ਅਸਫਲ ਰਹੇ ਹਾਂ, ਅਸੀਂ ਛੋਟੇ ਕਿਸਾਨਾਂ ਦੇ ਲਈ ਫਾਇਦਾ ਚਾਹੁੰਦੇ ਸੀ। ਤੇ ਜੇ ਉਦੋਂ ਵੀ ਉਹਨਾਂ ਨੇ ਆਹ ਗੱਲਾਂ ਕੀਤੀਆਂ ਨੇ ਤੇ ਫਿਰ ਜਦੋਂ ਵਿਰੋਧੀ ਧਿਰਾਂ ਕਹਿੰਦੀਆਂ ਸੀ ਵੀ ਬਹਿਸ ਕਰ ਲੈਂਦੇ ਆ, ਤਦੋਂ ਮੰਨ ਜਾਣਾ ਚਾਹੀਦਾ ਸੀ ਵੀ ਹਾਂ ਠੀਕ ਆ ਅਸੀਂ ਤੁਹਾਨੂੰ ਫਾਇਦਾ ਦੱਸਦੇ ਆ, ਪਰ ਫਿਰ ਵੀ ਇੰਨੀ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਲੋਕ ਸੜਕਾਂ ਤੇ ਸੀ, ਅਸੀਂ ਉਹਨਾਂ ਮੂਹਰੇ ਗੋਡੇ ਟੇਕੇ ਨੇ। ਦੇਖੋ ਜੀ, ਚਲੋ ਤਿੰਨੇ ਖੇਤੀ ਕਾਨੂੰਨ ਜਿਹੜੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਜੀ ਇਹ ਰੱਦ ਹੋ ਗਏ। ਉਸ ਤੋਂ ਬਾਅਦ ਹੁਣ ਰਾਸ਼ਟਰਪਤੀ ਕੋਲੇ ਜਾਣੇ ਆ ਤੇ ਨੋਟੀਫਿਕੇਸ਼ਨ ਜਾਰੀ ਹੋ ਜੂ, ਬੜੀ ਚੰਗੀ ਗੱਲ ਆ। ਪਰ ਜਦੋਂ ਕੱਲ ਲੋਕ ਸਭਾ ਤੇ ਰਾਜ ਸਭਾ ਦੇ ਵਿੱਚੋਂ ਇਹ ਖਬਰ ਆਈ ਨਾ, ਨਾਲ ਦੀ ਨਾਲ ਬਾਰਡਰਾਂ ਦੇ ਉੱਤੇ ਕਿਤੇ ਭੰਗੜੇ ਪਏ। 7 ਕਿਲੋਮੀਟਰ ਤੱਕ, 7 ਕਿਲੋਮੀਟਰ ਦੂਰੀ ਤੱਕ ਸਫ਼ਰ ਤੈਅ ਕੀਤਾ ਟਰੈਕਟਰਾਂ ਦੇ ਉੱਤੇ, ਗੱਡੀਆਂ ਦੇ ਉੱਤੇ, ਜੀਪਾਂ ਕਾਰਾਂ ਦੇ ਉੱਤੇ, ਤੇ ਕਿਸਾਨਾਂ ਨੇ ਫੁੱਲਾਂ ਦਾ ਮੀਂਹ ਵਰਾਤਾ, ਵਾਕਈ ਇੱਕ ਦੂਜੇ ਦੇ ਉੱਤੇ ਗੁਲਾਬ ਦੀਆਂ ਪੱਤੀਆਂ ਸੁੱਟ-ਸੁੱਟ ਕੇ ਮੀਂਹ ਵਰਾਤਾ। ਤੇ ਉੱਥੇ ਨਾ ਕੁਝ ਮਾਤਾਵਾਂ ਦੇ ਅੱਖਾਂ ਦੇ ਵਿੱਚ ਨਮੀ ਦੇਖੀ ਮੈਂ। ਉਹ ਮਾਤਾਵਾਂ ਕਹਿੰਦੀਆਂ ਵੀ ਪੁੱਤ ਹੁਣ ਸਾਡਾ ਨਾ 1 ਸਾਲ ਤੋਂ ਉੱਤੇ ਹੋ ਗਿਆ ਇੱਥੇ ਬੈਠਿਆਂ, ਜੀ ਲੱਗ ਗਿਆ ਜੀ। ਇੱਥੇ ਯੂਪੀ ਵਾਲੇ, ਇੱਥੇ ਹਰਿਆਣੇ ਵਾਲੇ, ਇੱਥੇ ਫਰੀਦਕੋਟ ਵਾਲੇ, ਇੱਥੇ ਬਠਿੰਡੇ ਵਾਲੇ, ਇੱਥੇ ਪਟਿਆਲੇ ਵਾਲੇ, ਇੱਥੇ ਜਗਰਾਉਂ ਵਾਲੇ, ਸਾਰੇ ਹੀ ਇੱਥੇ ਬੈਠੇ ਆ। ਹੁਣ ਤਾਂ ਇਉਂ ਲੱਗਦਾ ਵੀ ਇੱਥੇ ਹੀ ਪਕਾਉਣੀਆਂ ਤੇ ਇੱਥੇ ਹੀ ਖਾਣੀਆਂ, ਰਿਸ਼ਤੇ ਇਹੋ ਜਿਹੇ ਜੁੜ ਗਏ ਆ ਵੀ ਹੁਣ ਅਸੀਂ ਜਾਵਾਂਗੇ ਸਾਡਾ ਜੀ ਕਿਵੇਂ ਲੱਗੂਗਾ। ਬੰਦਾ ਕਿਤੇ ਵੀ ਜਾਵੇ 1 ਹਫ਼ਤਾ ਕੱਟਿਆਵੇ ਨਾ, ਉਹਦਾ ਉੱਥੇ ਮੋਹ ਪੈ ਜਾਂਦਾ ਉਸ ਮਿੱਟੀ ਨਾਲ, ਉਸ ਧਰਤੀ ਨਾਲ, ਉਸ ਥਾਂ ਨਾਲ। ਇੱਥੇ ਤਾਂ 1 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ। ਇਹਨਾਂ ਮਾਤਾਵਾਂ, ਇਹਨਾਂ ਬੱਚਿਆਂ, ਇਹਨਾਂ ਬਜ਼ੁਰਗਾਂ, ਇਹਨਾਂ ਜਵਾਨਾਂ ਦੇ ਮਨ ਦੇ ਉੱਤੇ ਇਹ ਆਉਂਦਾ ਵੀ ਯਾਰ ਚੰਗਾ ਹੋਇਆ ਸੀ ਜਿੱਤ ਗਏ, ਪਰ ਜੀ ਨਹੀਂ ਕਰਦਾ ਅੱਡ ਹੋਣ ਨੂੰ ਹੁਣ। ਜੀ ਬਿਲਕੁਲ, ਤੁਸੀਂ ਵੇਖੋ ਕਿ ਉਹ ਹਰਿਆਣਾ ਜਿਹਦੇ ਬਾਬਤ ਹਮੇਸ਼ਾ ਸਾਡੇ ਮਨਾਂ 'ਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਗਈ, ਸਾਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਗਈ, ਹਰਿਆਣੇ ਵਾਲਿਆਂ ਨੂੰ ਪੰਜਾਬ ਬਾਰੇ ਮੰਦਾ ਚੰਗਾ ਦੱਸਿਆ ਗਿਆ ਤੇ ਪੰਜਾਬੀਆਂ ਨੂੰ ਹਰਿਆਣੇ ਬਾਰੇ ਮੰਦਾ ਚੰਗਾ ਦੱਸਿਆ ਗਿਆ ਇਹਨਾਂ ਲੀਡਰਾਂ ਦੇ ਵੱਲੋਂ। ਉਹ ਜਦੋਂ ਉੱਥੇ ਸਾਹਮਣੇ ਇੱਕ ਦੂਸਰੇ ਦੇ ਹੋਏ ਤੇ ਜਦੋਂ ਸੱਚ ਸਾਹਮਣੇ ਆਇਆ ਕਿ ਨਹੀਂ ਅਸੀਂ ਤਾਂ ਦੋਵੇਂ ਇੱਕੋ ਜਿਹੇ ਆ, ਅਸੀਂ ਭਰਾਵਾਂ ਦੀ ਤਰ੍ਹਾਂ ਆ, ਅਸੀਂ ਛੋਟੇ ਵੱਡੇ ਭਰਾ ਆ, ਸਿਰਫ ਸਿਆਸਤਦਾਨਾਂ ਨੇ ਸਾਨੂੰ ਵੰਡਿਆ ਸੀ, ਤੁਸੀਂ ਦੇਖੋ ਕਿ ਕਿੰਨਾ ਗੂੜਾ ਪਿਆਰ ਪੈ ਗਿਆ ਉਹਨਾਂ ਦੇ ਵਿੱਚ। ਬਿਲਕੁਲ। ਤੇ ਅਗਲੀ ਗੱਲ ਇਹ ਹੈ ਕਿ ਮੈਨੂੰ ਲੱਗਦਾ ਵੀ ਦਸੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਕਿਸਾਨ ਸ਼ਾਇਦ ਵਾਪਸ ਆ ਜਾਣ ਜੀ। ਮੈਂ ਸ਼ਾਇਦ ਤਾਂ ਕਹਿਣਾ ਕਿਉਂਕਿ ਪੰਜਾਬ ਦੇ ਕਿਸਾਨ ਆਗੂ ਇਹ ਗੱਲ ਚਾਹੁੰਦੇ ਆ ਵੀ ਹੁਣ ਘਰਾਂ ਨੂੰ ਵਾਪਸੀ ਕੀਤੀ ਜਾਵੇ। ਪੰਜਾਬ ਦੇ ਕਿਸਾਨ ਆਗੂਆਂ ਨੇ ਗੱਲ ਕਹੀ ਹੈ ਵੀ ਸਰਕਾਰ ਨੇ ਸਾਡੀਆਂ ਮੰਗਾਂ ਮੰਨ ਲਈਆਂ,
ਇੱਕ ਦੋ ਮੰਗਾਂ ਜਿਹੜੀਆਂ ਰਹਿੰਦੀਆਂ ਲਖੀਮਪੁਰ ਖੀਰੀ ਕਾਂਡ ਦੀ ਜਾਂ ਮੁਆਵਜ਼ਾ ਦੇਣ ਦੀ ਜਾਂ ਪਰਚੇ ਰੱਦ ਕਰਨ ਦੀ, ਉਹ ਵੀ ਜੇਕਰ ਮੰਨ ਲਈ ਜਾਵੇ ਤਾਂ ਅਸੀਂ ਘਰਾਂ ਨੂੰ ਚਾਲੇ ਪਾਈਏ। ਪਰ ਉਧਰ ਪਤਾ ਲੱਗਾ ਜੀ ਕਿ ਰਾਕੇਸ਼ ਟਕੈਤ ਹੋਰੀ ਚਾਹੁੰਦੇ ਕਿ ਇਹ ਅੰਦੋਲਨ ਹਾਲੇ ਚੱਲਦਾ ਰਹੇ ਜੀ। ਉਹ ਇਹ ਚਾਹੁੰਦੇ ਜੀ ਕਿ ਐਮਐਸਪੀ ਦੇ ਮਾਮਲੇ ਦੇ ਉੱਤੇ ਵੀ ਕੋਈ ਗਰੰਟੀ ਲੈ ਕੇ ਚੱਲ ਗਏ। ਜਦ ਕਿ ਪੰਜਾਬ ਦੇ ਕਿਸਾਨ ਆਗੂਆਂ ਦਾ ਇੱਕ ਹਿੱਸਾ ਕਹਿੰਦਾ ਵੀ ਭਾਈ ਜਦੋਂ ਹੁਣ ਕਮੇਟੀ ਬਣ ਰਹੀ ਆ, ਉਸ ਕਮੇਟੀ ਦੇ ਵਿੱਚ ਕਿਸਾਨ ਆਗੂ ਵੀ ਹੋਣਗੇ, ਇਸ ਕਰਕੇ ਘਰਾਂ ਨੂੰ ਵਾਪਸੀ ਦੇ ਚਾਲੇ ਪਾਉਣੇ ਚਾਹੀਦੇ ਆ। ਇਸ ਥਾਂ ਦੇ ਉੱਤੇ, ਇਸ ਮੁਕਾਮ ਦੇ ਉੱਤੇ ਆ ਕੇ ਕੋਈ ਵਿਚਾਰਧਾਰਕ ਮਤਭੇਦ ਨਾ ਪੈਦਾ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਆ। ਪਰ ਸਾਰਾ ਕੁਝ ਬਹੁਤ ਵਧੀਆ ਰਿਹਾ ਜੀ, ਸਾਰੇ ਕੁਝ ਨੇ ਕਮਾਲ ਕਰਤੀ। ਤੇ ਕਿਵੇਂ ਧੌਣ ਦੇ ਵਿੱਚੋਂ ਕੀਲੇ ਨਿਕਲਦੇ ਵੱਡੇ ਵੱਡੇ ਫੰਨੇ ਖਾਂ ਲੋਕਾਂ ਦੇ ਜੀ। ਇਸ ਗੱਲ ਦਾ ਪਤਾ ਲੱਗਾ ਜਿਹੜੇ ਕਹਿੰਦੇ ਸੀ ਨਾ ਇਹ ਕਾਨੂੰਨ ਨਹੀਂ ਵਾਪਸ होंगे, हाँ, ये कानून कभी वापस हो ही नहीं सकते, ये तो छोटी किसानी के लिए है, ये तो 56 इंच का सीना जो करता है वो करता है, ऐसे ही होता है। आज वो कह लिया बस ठीक है जी, बहुत अच्छा कर दिया, हाँ। हमने तो अच्छा ही सोचा था। राणा साहब बल्द जिन्ना मर्जी अड़ियल होए, हाँ। किसान अपना खेत जुतवा ही लैंदा। हाँ, वाह लेंदा बलदा तो कम ले लेंदा, जी। जुतवा लेता है, ये हिंदी में होता है। मैं हिंदी जी पढ़िया सी। अच्छा हिंदी च पढ़िया सी, हमारे को क्या पता था। ਹਰਮਨ ਜੀ ਪਾਰਟੀਆਂ ਦਾ ਮੌਸਮ ਆ ਗਿਆ, ਨਵੀਆਂ ਨਵੀਆਂ ਪਾਰਟੀਆਂ ਬਣ ਗਈਆਂ ਤੇ ਬਣ ਰਹੀਆਂ ਤੇ ਬਣੀਆਂ ਵੀ ਆ। ਹਾਏ ਉਹ ਪਾਰਟੀਆਂ ਨਹੀਂ, ਜਸ਼ਨ ਵਾਲੀਆਂ ਨਹੀਂ, ਇਹ ਸਿਆਸੀ ਪਾਰਟੀਆਂ ਦੀ अभी ਗੱਲ तो ਹੋ पार्टी ਰਹੀ ਹੈ। शुरू हुई है, ये वो गल होर हुंदी है, पर अभी अभी पार्टी शुरू हुई है, ये कैप्टन साहब ते भी लागू हुंदी है। ਕੀ ਹੋ ਗਿਆ ਤੁਹਾਨੂੰ? क्यों वैसे भी तो गल कीती है। ਇਹੋ ਜਿਹੇ ਗਾਣੇ ਜਮਾ ਨਹੀਂ ਚੰਗੇ ਲੱਗਦੇ ਤੁਹਾਡੀ ਜ਼ੁਬਾਨ गल मैं कदों कहना भी मैनू चंगे लगदे, मैं डांस करके आया, ਜੀ। मैं जिंदा ते मुर्दा भंगड़ा पा के आया। नहीं नहीं वैसे ये बोल भी नहीं जचे टाणा साहब। वो गल नहीं समझदे तुसीं। हाँ, मैं गल नाल समझ गल गई जुड़दी है ना। मैं समझ गई। अभी तो पार्टी शुरू हुई है हाँ। कैप्टन साहब दी, हाँ जी। अभी तो पार्टी शुरू होगी कईयां दी। हाँ जी। ਸੋ ਜਿਹੜੀਆਂ ਪੁਰਾਣੀਆਂ ਉਹਨਾਂ ਨੇ ਕੀ ਕੀਤਾ ਆਪਾਂ ਨੂੰ ਪਤਾ ਹੀ ਆ। ਜਿਹੜੀਆਂ ਨਵੀਆਂ ਹੋ ਰਹੀਆਂ ਜਾਂ ਹੋਣਗੀਆਂ ਉਹ ਸਮੇਂ ਨੇ ਬਿਆਨ ਕਰਨਾ ਵੀ ਇਹ ਕਿੱਥੇ ਜੇ ਖੜੀਆਂ ਤੇ ਕਿਵੇਂ ਜੇ ਖੜੀਆਂ। ਬਿਲਕੁਲ। ਲੱਖਾ ਸਿਧਾਣਾ ਹੋਰਾਂ ਨੇ ਵੀ ਪਾਰਟੀ ਬਣਾਉਣ ਦਾ ਐਲਾਨ ਕਰਤਾ। ਉਹ ਕਹਿੰਦੇ ਹਫ਼ਤੇ ਖੰਡ ਦੇ ਵਿੱਚ ਅਸੀਂ ਪਾਰਟੀ ਦਾ ਐਲਾਨ ਕਰ ਦਿਆਂਗੇ ਜੀ। ਉਹ ਕਹਿੰਦੇ ਮੈਂ ਖੁਦ ਰਾਮਪੁਰਾ ਫੂਲ ਜਾਂ ਮੌੜ ਖੇਤਰ ਤੋਂ ਆਪ ਚੋਣ ਲੜੂੰਗਾ ਜਾਂ ਦੋਵਾਂ ਦੇ ਵਿੱਚੋਂ ਇੱਕ ਥਾਂ ਤੋਂ। ਤੇ ਉਹ ਕਹਿੰਦੇ ਵੀ ਲਗਭਗ 50 ਥਾਵਾਂ ਤੋਂ 50 ਸੀਟਾਂ ਤੋਂ ਅਸੀਂ ਆਪਣੇ ਉਮੀਦਵਾਰ ਖੜੇ ਕਰਾਂਗੇ ਜੀ। ਤੇ ਇਹਦੇ ਨਾਲ ਹੀ ਹੁਣ ਹਰ ਪਾਸੇ ਚਰਚਾ ਵੀ ਛਿੜ ਗਈ ਹੈ ਕਿਉਂਕਿ ਦੇਖੋ ਬਹੁਤ ਸਾਰੇ ਲੋਕ ਜਿਹੜੇ ਉਹ ਸਹਿਮਤ ਨੇ ਇਹਨਾਂ ਗੱਲਾਂ ਦੇ ਨਾਲ ਕਿ ਹਾਂ ਇਹ ਪਾਰਟੀ ਬਣਨੀ ਚਾਹੀਦੀ ਹੈ, ਹੋਣਾ ਚਾਹੀਦਾ ਹੈ। ਜਿਹੜਾ ਕਹਿ ਲੋ ਵੀ ਜਵਾਨ ਖੂਨ ਹੈ, ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਇਸ ਵਾਲੇ ਪਾਸੇ ਆਉਣਾ ਪਊਗਾ ਤਾਂ ਹੀ ਰਾਜਨੀਤੀ ਥੋੜੀ ਜਿਹੀ ਬਦਲੂਗੀ। ਪਰ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਵਿਚਾਰ ਥੋੜੇ ਹੋਰ ਨੇ, ਹਰ ਇੱਕ ਦੇ ਆਪੋ ਆਪਣੇ ਵਿਚਾਰ ਹੁੰਦੇ ਨੇ। ਪਰ ਇਸ ਵੇਲੇ ਜਿਹੜਾ ਮੌਸਮ ਚੱਲ ਰਿਹਾ ਨਾ ਟਾਣਾ ਸਾਹਿਬ, ਇੱਥੇ ਬਹੁਤ ਕੁਝ ਹੋਣਾ। ਕਈਆਂ ਨੇ ਇਧਰੋਂ ਉਧਰ ਜਾਣਾ, ਉਧਰੋਂ ਇੱਧਰ ਆਉਣਾ, ਕਈਆਂ ਨੇ ਨਵੀਆਂ ਪਾਰਟੀਆਂ ਬਣਾਉਣੀਆਂ ਨੇ, ਕਈਆਂ ਨੇ ਕਈ ਐਲਾਨ ਕਰਨੇ ਨੇ, ਕਈਆਂ ਨੇ ਕਈ ਵਾਅਦੇ ਕਰਨੇ ਨੇ, ਕਈਆਂ ਨੇ ਲੋਲੀਪੌਪਸ ਵੰਡਣੇ ਨੇ ਜਿਹੜੇ ਕਿ ਵੰਡੇ ਜਾ ਰਹੇ ਨੇ। ਨਹੀਂ ਕਈਆਂ ਨੇ ਨਹੀਂ, ਉਹ ਤਾਂ ਸਾਰਿਆਂ ਨੇ ਵੰਡਣੇ ਆ ਜੀ। ਅਸਲ ਵਿੱਚ ਲੈਣ ਵਾਲੇ ਬਣਿਓ ਲੋਲੀਪੌਪ, ਜੋ ਮਿੱਠੀਆਂ ਗੋਲੀਆਂ ਲੈਣ ਵਾਲੇ ਬਣਿਓ, ਉਹ ਤਾਂ ਵੰਡੀ ਜਾਂਦੇ ਆ, ਵੰਡੀ ਜਾਣੀਆਂ। ਉਹਨਾਂ ਨੇ ਕਿਹੜਾ ਕਦੇ ਵਾਅਦਾ ਪੂਰਾ ਕਰਨਾ। ਜੋ ਅਖਵਾਉਣਾ ਅਖਵਾਓ ਜੀ, ਜੋ ਕਰਵਾਉਣਾ ਕਰਵਾਓ। ਚਿੜੀਆਂ ਦਾ ਦੁੱਧ ਚਾਹੀਦਾ ਮਿਲੂਗਾ, ਹਰ ਰੋਜ਼ ਸਵੇਰੇ 6 ਵਜੇ 5 ਲੀਟਰ ਚਾਹੀਦਾ ਮਿਲੂਗਾ। ਉਹਨਾਂ ਨੇ ਐਲਾਨ ਕਰ ਦੇਣਾ, ਬੋਰਡ ਲਾ ਦੇਣਾ ਵੱਡਾ ਸਾਰਾ, ਚਿੜੀਆਂ ਦਾ ਦੁੱਧ। ਘਰ ਘਰ ਦੇ ਵਿੱਚ ਚੱਲੀ ਗੱਲ, ਸਾਡੀ ਸਰਕਾਰ ਕਰਦੀ ਮਸਲੇ ਹੱਲ, ਸਾਡੀ ਸਰਕਾਰ ਲਿਆਉਗੀ ਚਿੜੀਆਂ ਦਾ ਦੁੱਧ। ਹਾਂ, ਇਹ ਕੱਲੀ ਇੱਕ ਪਾਰਟੀ ਤੇ ਨਹੀਂ ਗੱਲ ਭਾਵੇਂ ਹੋਵੇ ਮੰਗਲ ਤੇ ਭਾਵੇਂ ਹੋਵੇ ਬੁੱਧ, ਹਰ ਰੋਜ਼ ਮਿਲੂਗਾ ਚਿੜੀਆਂ ਦਾ ਦੁੱਧ ਜੀ। ਇਹ ਕਿਸੇ ਇੱਕ ਪਾਰਟੀ ਤੇ ਗੱਲ ਨਹੀਂ ਲਾਗੂ ਹੁੰਦੀ, ਇਹ ਹਰ ਇੱਕ ਪਾਰਟੀ ਨੇ, ਜਿਹੜੀ ਮਰਜ਼ੀ ਪਾਰਟੀ ਦਾ ਤੁਸੀਂ ਨਾਰਾ ਚੱਕ ਲਓ, ਉਹਨਾਂ ਨੇ ਉਹ ਚਿੜੀਆਂ ਦੇ ਦੁੱਧ ਨਾਲ ਮੇਚ ਖਾਦਾ ਹੀ ਬਣਾ ਦੇਣਾ। ਬਿਲਕੁਲ ਸਹੀ ਗੱਲ ਆ। ਤੁਸੀਂ ਮੰਗੋ ਸਹੀ ਤੁਹਾਨੂੰ ਕੀ ਚਾਹੀਦਾ। ਕੋਈ ਕਹਿੰਦਾ ਆ ਮੁਫਤ ਦੇ ਦਿਆਂਗੇ, ਕੋਈ ਕਹਿੰਦਾ ਆ ਮੁਫਤ ਦੇ ਦਿਆਂਗੇ, ਕੋਈ ਕਹਿੰਦਾ ਇੰਨੇ ਪੈਸੇ ਦੇ ਦਿਆਂਗੇ, ਕੋਈ ਕਹਿੰਦਾ ਨਹੀਂ ਨਹੀਂ ਅਸੀਂ ਤਾਂ ਇੰਨੇ ਦੇ ਦਿਆਂਗੇ। ਇਸ ਵੇਲੇ ਪੂਰੀ ਤਰ੍ਹਾਂ ਦੇ ਨਾਲ ਪੰਜਾਬੀਆਂ ਨੂੰ ਆਪਣੇ ਵੱਲ ਖਿੱਚਣ ਦਾ ਜਿਹੜਾ ਕੰਮ ਹੈ, ਆਪਣੇ ਵੱਲ ਅਟਰੈਕਟ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ, ਆਕਰਸ਼ਿਤ ਕਰਨ ਦਾ ਜਿਹੜਾ ਕੰਮ ਹੈ ਉਹ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਵੀ ਵੋਟਾਂ ਲੈ ਲਈਏ, ਬਾਕੀ ਸਾਰਾ ਕੁਝ ਬਾਅਦ 'ਚ। ਬਿਲਕੁਲ ਜੀ। ਤੇ ਐਤਕੀ ਪੰਜਾਬ ਦੇ ਵਿੱਚ ਚੋਣ ਨਤੀਜੇ ਮੈਨੂੰ ਲੱਗਦਾ ਵੀ ਹੈਰਾਨੀਜਨਕ ਹੋਣਗੇ ਜੀ, ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਦੀ ਸਮਾਪਤੀ ਹੋਣ ਜਾ ਰਹੀ ਹੈ, ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ 1 ਸਾਲ ਦੇ ਲਈ ਸੜਕਾਂ ਦੇ ਉੱਤੇ ਬਿਠਾਇਆ ਤੇ ਤਪਾਇਆ ਗਿਆ, ਜਿਸ ਤਰੀਕੇ ਦੇ ਨਾਲ ਨਵੀਆਂ ਪਾਰਟੀਆਂ ਉੱਠ ਰਹੀਆਂ, ਜਿਵੇਂ ਨੌਜਵਾਨਾਂ ਦਾ ਇੱਕ ਹਿੱਸਾ ਲੱਖੇ ਸਿਧਾਣੇ ਦੇ ਰੂਪ ਦੇ ਵਿੱਚ ਜਾਂ ਉਹਨੂੰ ਪਸੰਦ ਕਰਨ ਵਾਲਿਆਂ ਦੇ ਰੂਪ ਦੇ ਵਿੱਚ ਨਵੀਂ ਪਾਰਟੀ ਖੜੀ ਕਰ ਰਿਹਾ, ਲੱਗਦਾ ਵੀ ਇਤਕੀ ਚੋਣ ਨਤੀਜੇ ਅਚੰਭਿਤ ਕਰਨ ਵਾਲੇ ਹੋਣਗੇ ਜੀ। ਬਾਕੀ ਹੁਣ ਨਜ਼ਰਾਂ ਸਾਰਿਆਂ ਦੀਆਂ ਚੋਣ ਨਤੀਜਿਆਂ ਤੇ ਹੀ ਟਿਕੀਆਂ ਹੋਈਆਂ ਨੇ ਕਿ ਆਖਰਕਾਰ ਕੀ ਨਤੀਜੇ ਸਾਹਮਣੇ ਆਉਣਗੇ। ਦੇਖੋ ਜ਼ੋਰ ਤਾਂ ਹਰ ਇੱਕ ਪਾਰਟੀ ਲਾਊਗੀ ਔਰ ਇਸ ਵਾਰ ਮੈਨੂੰ ਲੱਗਦਾ ਜ਼ਿਆਦਾ ਲਾਊਗੀ, ਕਿਉਂਕਿ ਇੱਕ ਤਾਂ ਕਿਸਾਨੀ ਸੰਘਰਸ਼, ਉਸ ਤੋਂ ਇਲਾਵਾ ਹੁਣ ਲੋਕ ਸਵਾਲ ਕਰਨ ਲੱਗ ਗਏ ਨੇ, ਲੋਕਾਂ ਨੂੰ ਜਾਗ ਲੱਗ ਗਈ ਹੈ ਕਿ ਕਿਵੇਂ ਸਵਾਲ ਕਰਨੇ ਨੇ, ਕਿਵੇਂ ਇਹਨਾਂ
ਇਹਨਾਂ ਤੋਂ ਆਪਣੇ ਹੱਕਾਂ ਬਾਰੇ ਗੱਲ ਕਰਨੀ ਹੈ, ਕਿਵੇਂ ਇਹਨਾਂ ਤੋਂ ਲੇਖਾ ਜੋਖਾ ਲੈਣਾ ਹੈ ਵੀ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਕੀ ਕੀ ਕੀਤਾ। ਸੋ ਉਹਦੇ ਲਈ ਮੈਨੂੰ ਲੱਗਦਾ ਹੈ ਕਿ ਇਸ ਵਾਰ ਥੋੜੀ ਦੁੱਗਣੀ ਮਿਹਨਤ ਕਰਨੀ ਪਊਗੀ ਹਰ ਕੈਪਟਨ ਇੱਕ ਸਾਹਿਬ ਦਾ ਪਾਰਟੀ ਬਿਆਨ ਹਰ ਰੋਜ਼ ਆ ਜਾਂਦਾ, ਕੀ? ਉਹ ਕਹਿੰਦੇ ਬਿਆਨ ਤਾਂ ਮੇਰਾ ਵੱਟ ਤੇ ਹੀ ਪਿਆ, ਹੋਰ ਕੁਝ ਹੋਵੇ ਨਾ ਹੋਵੇ। ਉਹ ਕਹਿੰਦੇ ਦੇਖੋ ਜੀ ਅਸੀਂ ਕਮਾਲ ਹੀ ਕਰ ਦਿਆਂਗੇ, ਧਮਾਕਾ ਹੀ ਕਰ ਦਿਆਂਗੇ, ਪੰਜਾਬ ਨੂੰ ਬਚਾ ਲਾਂਗੇ, ਪੰਜਾਬ ਦੇ ਵਿੱਚ ਸਰਕਾਰ ਬਣਾ ਲਾਂਗੇ। ਉਹ ਕਹਿੰਦੇ ਵੀ ਜਿਹੜੇ ਵੱਖ-ਵੱਖ ਧਿਰਾਂ ਦੇ ਨਾਲ ਰੁੱਸੇ ਹੋਏ ਆ, ਅੱਡ ਹੋਏ ਲੋਕ ਆ, ਇਕੱਠੇ ਕਰਕੇ ਇੱਕ ਇਹੋ ਜਿਹਾ ਚਮਤਕਾਰ ਪੇਸ਼ ਕਰਾਂਗੇ ਜਿਹੜਾ ਅੱਜ ਤੱਕ ਹੋਇਆ ਨਹੀਂ। ਇਹ ਗੱਲ ਸੱਚੀ ਤੁਹਾਡੀ, ਅੱਜ ਤੱਕ ਹੋਇਆ ਨਹੀਂ, ਤੁਹਾਡੇ ਹੁੰਦਿਆਂ ਵੀ ਹੋਇਆ ਨਹੀਂ। ਹੁਣ ਪਤਾ ਨਹੀਂ ਕੀ ਕਰੋਗੇ। ਹਾਂ 4.5 ਸਾਲ ਵੀ ਹੋਇਆ ਨਹੀਂ, ਹੁਣ ਪਤਾ ਨਹੀਂ ਕੀ ਕਰ ਦੋਗੇ। ਹਾਂ ਮੈਂ ਤਾਂ ਹੈਰਾਨ ਆ ਜੀ। ਪੰਜਾਬ ਦੇ ਲੋਕ ਫਿਰ ਸਵਾਰ ਜਾ ਲੈਣ ਲੱਗ ਪਏ ਇਸ ਗੱਲ ਦੇ ਵਿੱਚ, ਉਹ ਕੀ ਬਣੂਗਾ ਉਹਦਾ, ਓਏ ਉਹ ਫਲਾਣੇ ਦਾ ਕੀ ਬਣੂਗਾ ਓਏ। ਤੇ ਸਵਾਦਾਂ ਦੇ ਤਾਂ ਪੱਟੇ ਹੋਏ ਆ ਅਸੀਂ, ਤਾਂ ਹੀ ਤਾਂ ਆਹ ਹਾਲਾਤ ਨੇ ਪੰਜਾਬ ਦੇ, ਤਾਂ ਹੀ ਇਹ ਹਾਲਾਤ ਨੇ ਸਾਡੇ ਆਪਣੇ, ਕਿਉਂਕਿ ਅਸੀਂ ਸਿਰਫ ਤੇ ਸਿਰਫ ਇਸ ਵਾਲੇ ਬੰਨੇ ਧਿਆਨ ਦਿੰਨੇ ਆ ਕਿ ਇਹਦਾ ਕੀ ਬਣੂਗਾ। ਅਸੀਂ ਕਦੇ ਇਹ ਨਹੀਂ ਸੋਚਦੇ ਵੀ ਸਾਡਾ ਕੀ ਬਣੂਗਾ। ਸਾਡਾ ਕੁਝ ਨਹੀਂ ਬਣਿਆ, ਇਸ ਗੱਲ ਦਾ ਫਿਕਰ ਕਰਿਆ ਕਰਗੇ ਜੀ। ਇਹ ਗੱਲ ਸੋਚਿਆ ਕਰਕੇ ਵੀ ਭਾਈ ਫੇਰ ਉਹੀ ਵੋਟਾਂ ਆ ਗਈਆਂ ਜਿਹੜੀਆਂ ਵੋਟਾਂ ਪਾ ਪਾ ਕੇ ਸਾਡਾ ਦਾਦਾ ਤੁਰ ਗਿਆ, ਸਾਡਾ ਬਾਬਾ ਤੁਰ ਗਿਆ। ਜੀ ਸਾਨੂੰ ਦੁਖੀ ਹੋਣਾ ਚਾਹੀਦਾ ਹੈ ਕਿ ਉਹੀ ਵੋਟਾਂ ਆ ਗਈਆਂ ਜਿਹੜੀਆਂ ਵੋਟਾਂ ਦੀ ਖਾਤਰ ਅਸੀਂ ਆਪਣੇ ਭਾਈਚਾਰੇ ਦੇ ਵਿੱਚ ਵੈਰ ਕਮਾਉਂਦੇ ਰਹੇ ਆ, ਅਸੀਂ ਆਪਣਿਆਂ ਦੇ ਨਾਲ ਲੜਦੇ ਰਹੇ ਆ, ਅਸੀਂ ਅੱਜ ਤੱਕ ਇਹ ਵੋਟਾਂ ਪਾ ਪਾ ਕੇ ਕੁਝ ਖੱਟਿਆ ਨਹੀਂ ਹੈਗਾ। ਅਸੀਂ ਅੱਜ ਤੱਕ ਆਪਣੀ ਜਿਹੜੀ ਪਾਵਰ ਹੈ, ਜਿਹੜੀ ਸਾਡੇ ਕੋਲ ਤਾਕਤ ਹੈ ਵੋਟ ਦੀ, ਉਹਨੂੰ ਸਹੀ ਤਰੀਕੇ ਨਾਲ ਵਰਤ ਹੀ ਨਹੀਂ ਸਕੇ। ਅਸੀਂ ਅੱਜ ਤੱਕ ਚੰਗੇ ਲੋਕਾਂ ਨੂੰ ਅੱਗੇ ਲੈ ਕੇ ਨਹੀਂ ਆ ਸਕੇ। ਬਿਲਕੁਲ ਜੀ, ਤੇ ਵੋਟਾਂ ਜ਼ਰੂਰ ਪਾਓ, ਸਾਰਿਆਂ ਨੂੰ ਵੋਟ ਪਾਉਣੀ ਚਾਹੀਦੀ ਆ। ਇੱਕ ਹੀ ਵੋਟ ਪਾਓ, ਵੱਡੀ ਗੱਲ ਇਹ ਆ, ਇੱਕ ਤੋਂ ਵੱਧ ਨਾ ਪਾਓ, ਪਰ ਆਪਦੀ ਇੱਛਾ ਮੁਤਾਬਕ ਇਮਾਨਦਾਰੀ ਨਾਲ ਪਾਓ। ਹਾਂ ਐ ਨਹੀਂ ਵੀ ਜੇ ਨੀਲੀ ਸ਼ਾਹੀ ਲੱਗੀ ਬਾਅਦ ਚ ਐ ਕਰਦੇ ਫਿਰ ਕੇ, ਇਹ ਨਹੀਂ ਲੈਂਦੀ। ਇੱਕ ਵਾਰ ਵੋਟ ਪਾਉਣ ਤੋਂ ਪਹਿਲਾਂ ਜਦੋਂ ਜਾਣਾ ਹੈ ਨਾ ਵੋਟ ਪਾਉਣ ਦੇ ਲਈ, ਤੇ ਘਰ ਦੇ ਵਿੱਚ ਆਪਣੇ ਬੱਚਿਆਂ ਦਾ ਮੂੰਹ ਵੇਖ ਕੇ ਜ਼ਰੂਰ ਜਾਇਓ ਕਿ ਇਹਨਾਂ ਦੇ ਭਵਿੱਖ ਦਾ ਸੌਦਾ ਕਰਨ ਚੱਲੇ। ਬਹੁਤ ਖੂਬ, ਬਹੁਤ ਖੂਬ। ਤੇ ਬੱਚਿਆਂ ਦਾ ਮੂੰਹ ਵੇਖਣ ਦਾ ਮਤਲਬ ਇਹ ਨਹੀਂ ਵੀ ਇਹਨਾਂ ਦੇ ਵਾਸਤੇ ਮੈਂ ਉਹਦੇ ਚੀਜ਼ੀ ਲੈ ਕੇ ਆਉਣੀ ਆ। ਨੋ ਇਹਨਾਂ ਦੇ ਭਵਿੱਖ ਦਾ ਸੌਦਾ ਕਰਨਾ ਹੈ। ਇਹਨਾਂ ਦੇ ਭਵਿੱਖ ਦੇ ਬਾਬਤ ਸੋਚ ਕੇ ਜਾਣਾ ਵੀ ਹੁਣ ਤੱਕ ਅਸੀਂ ਨਹੀਂ ਸੀ ਸੋਚਿਆ, ਹੁਣ ਜਿਹਨੂੰ ਵੀ ਵੋਟ ਪਾਉਣ ਚੱਲੇ ਆ ਉਹਨੇ ਅੱਜ ਤੱਕ ਸਾਡੇ ਅਤੀਤ ਦੇ ਲਈ ਕੀ ਕੀਤਾ, ਉਹਨੇ ਵਰਤਮਾਨ ਚ ਕੀ ਕੀਤਾ, ਤੇ ਉਹ ਸਾਡੇ ਭਵਿੱਖ ਦੇ ਲਈ ਕੀ ਕਰ ਸਕਦਾ। ਬਿਲਕੁਲ ਸਹੀ। ਟਾਣਾ ਸਾਹਿਬ ਕਦੇ ਕਾਰਨ ਦੱਸੋ ਨੋਟਿਸ, ਕਦੇ ਕੋਈ ਸਵਾਲ, ਕਦੇ ਕੋਈ ਸਵਾਲ, ਅਗਲਿਆਂ ਨੇ ਹਰ ਇੱਕ ਸਵਾਲ ਦਾ ਜਵਾਬ ਦੇਤਾ। ਕਿਹਨੇ ਜਵਾਬ ਹੀ ਦੇਤਾ? ਕਿਹਨੇ? ਬੀਬੀ ਪ੍ਰਨੀਤ ਕੌਰ ਨੇ। ਨਹੀਂ ਉਹਨਾਂ ਨੇ ਤਾਂ ਕਮਾਲ ਕਰਤੀ। ਉਹ ਕਹਿੰਦੇ ਵੀ ਕੈਪਟਨ ਫਾਰ 2022 ਐਂ ਹੁੰਦਾ ਨਾ, ਐਂ ਹੁੰਦਾ। ਉਹ ਕਹਿੰਦੇ ਵੀ ਕੈਪਟਨ ਫਾਰ 2022, ਮੈਂ ਗਲਤ ਨਾ ਕਰਤਾ ਹੋਵੇ, 2022 ਫਾਰ ਕੈਪਟਨ ਕਹਿੰਦੇ ਮੈਂ। ਉਹ ਨਹੀਂ ਜਿਹੜੀ ਉਹਨਾਂ ਨੇ ਫੋਟੋ ਲਾਈ ਹੈ ਉਹ ਕੈਪਟਨ ਫਾਰ 2022। ਹਾਂ ਉਹ ਕਹਿੰਦੇ ਵੀ ਇਹ ਮੇਰਾ ਘਰ ਵਾਲਾ ਨਾ ਜਿਹੜਾ ਬੰਬੀ ਬੁਲਾ ਦੂ, ਐ ਟੋਪੀ ਵਾਲਾ ਕਿਲੇ ਲਾ ਕੇ ਛੱਡੂ। ਹਾਂਜੀ, ਕਿਉਂਕਿ ਅਸਲ ਦੇ ਵਿੱਚ ਜਿਹੜੇ ਹਰੀਸ਼ ਚੌਧਰੀ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ, ਉਹਨਾਂ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਪ੍ਰਨੀਤ ਕੌਰ ਹੋਰਾਂ ਨੂੰ ਕਿ ਤੁਸੀਂ ਇੱਕ ਪਾਸਾ ਕਰ ਲਓ, ਜਾਂ ਤਾਂ ਤੁਸੀਂ ਕਾਂਗਰਸ ਵਾਲੇ ਬੰਨੇ ਹੋ ਤੇ ਜਾਂ ਤੁਸੀਂ ਆਪਣੇ ਘਰ ਵਾਲੇ ਬੰਨੇ ਹੋ। ਤੇ ਉਹਨਾਂ ਦਾ ਵੈਸੇ ਸਵਾਲ ਪੁੱਛਣਾ ਹੀ ਗਲਤ ਸੀ ਮੈਨੂੰ ਲੱਗਦਾ, ਘਰ ਵਾਲੀ ਤਾਂ ਘਰ ਵਾਲੇ ਦਾ ਹੀ ਸਾਥ ਦਊਗੀ ਨਾ। ਤੇ ਉਹਨਾਂ ਨੇ ਵੀ ਫਿਰ ਸਾਫ਼ ਕਰਤਾ, ਕੋਈ ਜਵਾਬ ਉਹਨਾਂ ਨੂੰ ਲਿਖਤੀ ਤੌਰ ਤੇ ਨਹੀਂ ਭੇਜਿਆ, ਪਰ ਫੋਟੋ ਇਹੋ ਜਿਹੀ ਲਾਤੀ ਕਿ ਕਹਿੰਦੇ ਮੇਰੇ ਵੱਲੋਂ ਜਵਾਬ ਹੀ। ਹਾਂ ਮੇਰੇ ਵੱਲੋਂ ਜਵਾਬ ਆ ਭਾਈ, ਇਸ ਉੱਤਰ ਨੂੰ ਆਪਦੀ ਮਰਜ਼ੀ ਮੁਤਾਬਕ, ਆਪਦੀ ਇੱਛਾ ਮੁਤਾਬਕ ਜਿਵੇਂ ਮਰਜ਼ੀ ਸਮਝ ਲਓ। ਜਿਹਨੂੰ ਫੋਟੋ ਦਿਖਾਉਣੀ ਦਿਖਾ ਲਓ, ਤੁਸੀਂ ਜਿਨ੍ਹਾਂ ਨੂੰ ਭੇਜਣੀ ਹੁੰਦੀ ਮੈਨੂੰ ਉਹ ਵੀ ਪਤਾ, ਭੇਜ ਲਓ ਜਿੱਥੇ ਭੇਜਣੀ ਹੈ। ਇਹਦਾ ਮਤਲਬ ਇਹ ਆ। ਤੇ ਨਾਲੇ ਹੁਣ ਤਾਂ ਸੋਸ਼ਲ ਮੀਡੀਆ ਤੇ ਉਹਨਾਂ ਤਾਈਂ ਤੁਹਾਡੇ ਤੋਂ ਪਹਿਲਾਂ ਹੀ ਪਹੁੰਚ ਜਾਣੀ ਹੈ। ਹਾਂ ਦੂਜੀ ਗੱਲ ਇਹ ਆ ਕਿ ਬੀਬੀ ਪ੍ਰਨੀਤ ਕੌਰ ਨੇ ਜਿਹੜੇ, ਉਹ ਹੁਣ ਭਾਜਪਾ ਦੇ ਵੱਲ ਜਾਣਗੇ ਜਾਂ ਪ੍ਰਚਾਰ ਕਰਨਗੇ, ਇਸ ਗੱਲ ਦੇ ਕਿਆਸ ਲੱਗਣੇ ਸ਼ੁਰੂ ਹੋ ਗਏ ਆ। ਲੱਗਦਾ ਨਹੀਂ ਕਿ ਬੀਬੀ ਪ੍ਰਨੀਤ ਕੌਰ ਆਪ ਕਾਂਗਰਸ ਛੱਡਣਗੇ, ਉਹ ਕੱਢ ਦੇਣ ਤਾਂ ਵੱਖਰੀ ਗੱਲ ਆ, ਪਰ ਮੈਨੂੰ ਇਉਂ ਲੱਗਦਾ ਵੀ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਕਾਂਗਰਸ ਦੇ ਕਈ ਨੇਤਾ ਹਾਲੇ ਦੂਜੇ ਪਾਸੇ ਜਾਣਗੇ। ਆ ਜਿਹੜੇ ਆ ਮੇਅਰ ਨੂੰ ਪਿਛਲੇ ਦਿਨੀ ਕੁਰਸੀ ਮੁਕਤ ਕੀਤਾ ਗਿਆ, ਸੰਜੀਵ ਬਿੱਟੂ ਹੋਰਾਂ ਨੂੰ, ਉਹਨਾਂ ਨੇ ਵੀ ਐਲਾਨ ਕਰਤਾ ਕਿ ਮੈਂ ਆਪਣੇ ਸਮਰਥਕ ਸਾਰੇ ਕੌਂਸਲਰਾਂ ਨੂੰ ਲੈ ਕੇ ਤੇ ਪੰਜਾਬ ਲੋਕ ਕਾਂਗਰਸ ਦੇ ਵਿੱਚ ਜਾਊਂਗਾ। ਉਹ ਕਹਿੰਦੇ ਮੈਂ ਚੋਣ ਵੀ ਲੜੂੰਗਾ, ਮੈਂ ਵਜਾ ਦੂੰ ਵਾਜੇ ਕਹਿੰਦੇ। ਹਾਂ ਤੇ ਜਿਹੜੇ ਪਿਛਲੇ ਦਿਨੀ ਵੱਜੇ ਉਹ ਵੱਜੇ ਠੀਕ ਆ, ਬਸ ਉਹ ਘੰਟੇ ਘੜੀ ਵੱਜ ਗਏ, ਹੁਣ ਕੀ ਕਰੀਏ। ਦੇਖੋ ਵਾਜੇ ਚ ਵੀ ਫਰਕ ਹੁੰਦਾ, ਕਦੀ ਬੰਦਾ ਵਾਜੇ ਵਜਾਉਣ ਨੂੰ ਫਿਰਦਾ, ਕਈ ਵਾਰ ਆਪਣੇ ਹੀ ਵੱਜ ਜਾਂਦੇ ਨੇ। ਪਰ ਗੱਲ ਇਹ ਆ ਵੀ ਇਸ ਵੇਲੇ ਪੰਜਾਬ ਦੇ ਵਿੱਚ ਬੜਾ ਕੁਝ ਹੋ ਰਿਹਾ। ਜਦੋਂ ਵੀ ਕੈਪਟਨ ਸਾਹਿਬ ਇਹ ਗੱਲ ਕਹਿੰਦੇ ਨੇ ਮੇਰੇ ਕਈ ਮਸਲੇ ਅਧੂਰੇ ਰਹਿ ਗਏ, ਵੀ ਮੈਂ ਨਾ ਕਮਾਲ ਕਰ ਦੇਣੀ ਆ, ਮੇਰਾ ਹਾਸਾ ਵੀ ਨਿਕਲਦਾ, ਮੈਂ ਬਿਆਨ ਪੜ੍ਹ ਕੇ ਕਾਲਜੇ ਦਾ ਰੋਗੀ ਭਰ ਕੇ ਲੈ ਜਾਂਦੇ। ਹਾਂ ਸੱਚੀ ਕਹਿਣਾ, ਸੱਚੀ ਗੱਲ ਆ। ਪਰ ਨਾ ਟਾਣਾ ਸਾਹਿਬ ਜੋ ਹਾਲਾਤ ਆ ਨਾ ਇਸ ਵੇਲੇ ਪੰਜਾਬ ਦੇ, ਇਹ ਹਰੇਕ ਦੀ ਸਮਝ ਤੋਂ ਬਾਹਰ ਹੋਏ ਹੋਇਆ ਹੈ ਨਾ। ਹਰ ਇੱਕ ਬੰਦਾ ਆਪਣੇ ਆਪ ਨੂੰ, ਚਾਹੇ ਕਿਸੇ ਵੀ ਸਿਆਸੀ ਧਿਰ ਦੀ ਤੁਸੀਂ ਗੱਲ ਕਰ ਲਓ, ਹਰ ਇੱਕ ਲੀਡਰ ਨੂੰ ਇਹ ਲੱਗ ਰਿਹਾ ਵੀ ਮੇਰਾ ਤਾਂ ਕੁਰਸੀ ਨੂੰ ਹੱਥ ਪਿਆ ਲਿਓ, ਮੈਂ ਤਾਂ ਕੁਰਸੀ ਤੇ ਬੈਠਾ ਲਿਓ, ਮੈਂ ਤਾਂ ਕੁਰਸੀ ਤੇ ਬਹਿੰਦੇ ਹੀ ਬੰਬ ਬੁਲਾ ਦੇਣੇ ਨੇ, ਮੈਂ ਤਾਂ ਪਤਾ ਨਹੀਂ ਪੰਜਾਬ ਨੂੰ ਕੀ ਹੋਈ ਬਣਾ ਦੇਣਾ ਹੈ। ਔਰ ਜਦੋਂ ਕੁਰਸੀ ਤੇ ਬਹਿ ਗਏ ਮੁੜ ਕੇ 4.5 ਸਾਲ ਫੇਰ ਨਹੀਂ ਲੱਭਣੇ। ਬਿਲਕੁਲ। ਕੱਲ ਨਾ ਮੈਂ ਇੱਕ ਬੋਰਡ ਦੇਖਿਆ,
ਉਸ ਬੋਰਡ ਦੇ ਉੱਤੇ ਬਹੁਤ ਵੱਡਾ ਬੋਰਡ, ਜੀ। ਉਹਦੇ ਤੇ ਚੰਨੀ ਸਾਹਿਬ ਇਉਂ ਬੈਠੇ ਐਂ ਕਰਕੇ ਐ, ਅੱਛਾ ਤੇ ਇੱਕ ਬਜ਼ੁਰਗ ਮਾਤਾ ਜੀ ਆ ਆਪਣੇ ਦਾਦੀ ਜੀ ਵਰਗੀ, ਹਾਂਜੀ ਉਹ ਚੰਨੀ ਸਾਹਿਬ ਦੇ ਕੰਨ ਦੇ ਵਿੱਚ ਕੁਝ ਕਹਿ ਰਹੇ ਆ। ਅੱਛਾ ਜੀ ਉਹਦਾ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਵੀ ਬਜ਼ੁਰਗਾਂ ਦੀ ਗੱਲ ਪਹਿਲ ਦੇ ਆਧਾਰ ਦੇ ਉੱਤੇ ਚੰਨੀ ਸਾਹਿਬ ਸੁਣਦੇ ਹੋਏ। ਅੱਛਾ ਤੇ ਮੇਰੇ ਮਨ ਦੇ ਵਿੱਚ ਇਹ ਆਇਆ ਵੀ ਸ਼ਾਇਦ ਕਿਤੇ ਬੇਬੇ ਜੀ ਇਹ ਨਾ ਕਹਿੰਦੇ ਹੁਣ ਵੀ ਕਿਤੇ ਕੈਪਟਨ ਵਾਲੀ ਨਾ ਕਰੀ। ਸੁਧਰ ਜਾ, ਹਾਂ। ਉਹਨੂੰ 4.5 ਸਾਲਾਂ ਬਾਅਦ ਕੁਰਸੀ ਤੋਂ ਲਾਤਾ, ਕਿਤੇ ਤੁਹਾਡੇ ਨਾਲ ਵੀ ਉਹ ਨਾ ਹੋ ਜਾਏ। ਹਾਂ, ਇਸ ਕਰਕੇ ਭਾਈ ਜਿਹੜੀ ਗੱਲ ਕਹਿੰਦੇ ਆ ਨਾ ਪੁੱਤਰ ਜੀ, ਇਹ ਕਰਿਓ। ਮੈਨੂੰ ਇਉਂ ਲੱਗਾ ਬੇਬੇ ਜੀ ਇਹ ਗੱਲ ਕਹਿੰਦੇ ਆ ਜੀ। ਪਰ ਦੇਖੋ ਬੇਬੇ ਜੀ ਨੇ ਚਾਹੇ ਕਿਆ ਹੋਵੇ ਚਾਹੇ ਨਹੀਂ, ਜਿਸ ਦਿਨ ਚਰਨਜੀਤ ਸਿੰਘ ਚੰਨੀ ਹੋਰੀ ਮੁੱਖ ਮੰਤਰੀ ਬਣੇ ਸੀ ਉਸ ਦਿਨ ਉਹਨਾਂ ਨੇ ਆਪੇ ਗੱਲ ਕਹੀ ਸੀ ਵੀ ਕੰਮ ਬਹੁਤ ਜ਼ਿਆਦੇ ਨੇ ਤੇ ਦਿਨ ਬਹੁਤ ਥੋੜੇ ਨੇ, ਤੇ ਹੁਣ ਵੀ ਫਿਰ ਆਪਾਂ ਇਹਨਾਂ ਥੋੜੇ ਦਿਨਾਂ ਨੂੰ ਇਦਾਂ ਹੀ ਨਾ ਗਵਾ ਦਈਏ ਵੀ ਕਦੀ ਇੱਧਰ ਨੂੰ ਚੱਲ ਗਏ ਕਦੀ ਉੱਧਰ ਨੂੰ ਚੱਲ ਗਏ। ਲੋਕਾਂ ਦੇ ਮਸਲੇ ਜਿੰਨੇ ਵੀ ਹੱਲ ਕਰ ਸਕਦੇ ਹੋ ਉਹ ਹੱਲ ਕਰੋ। ਲੋਕ 4.5 ਸਾਲ ਵੀ ਤੁਹਾਡੇ ਵੱਲ ਵੇਖਦੇ ਹੀ ਰਹੇ ਨੇ, ਤੁਹਾਡੀ ਪਾਰਟੀ ਵੱਲ। ਬਿਲਕੁਲ ਸਹੀ ਗੱਲ। ਹੁਣ ਵੀ ਕਿਤੇ ਆ ਜਿਹੜੇ ਥੋੜੇ ਦਿਨ ਰਹਿੰਦੇ ਨੇ ਇਹ ਵੀ ਸਿਰਫ ਦੇਖ ਕੇ ਹੀ ਨਾ ਕੱਢ ਦੇਣ। ਸਹੀ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਨਾਲ ਨੇ ਹਰਮਨ ਸਿੰਘ ਜੀ। ਪਹਿਲਾਂ ਦੱਸੋ ਤੁਸੀਂ ਕਿਉਂ ਹੱਸੇ? ਮੈਂ ਵੈਸੇ ਹੀ ਹੱਸ ਪਿਆ, ਕਿਉਂ? ਮੇਰਾ ਮਨ ਕਰਦਾ ਸੀ ਮੈਂ ਹੱਸ ਪਿਆ। ਆਹ ਕੀ ਗੱਲ ਹੋਈ ਟਾਣਾ ਸਾਹਿਬ? ਮਨ ਵੀ ਨਹੀਂ, ਹੁਣ ਚਾਹੀਦਾ ਹੁੰਦਾ ਇਹਦੇ ਲਈ ਜਿਹੜੀ ਵੀ ਮੇਰੇ ਤੇ ਗਲਤੀ ਹੋਈ ਜੀਐਸਟੀ ਹੈ। ਲੱਗੂਗੀ ਵੀ ਭਾਈ ਆ ਲੈ। ਜਿਹੜੀ ਗਲਤੀ ਹੋਈ ਆ ਉਹ ਮੰਨ ਲਈਦੀ ਹੁੰਦੀ ਹੈ। ਕਿਹੜੀ ਗਲਤੀ ਹੋਈ ਆ? ਕੋਈ ਗਲਤੀ ਨਹੀਂ ਹੋਈ। ਹੱਥ ਜੋੜਨੇ, ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਰਨੇ ਗਲਤੀ ਆ। ਤੁਸੀਂ ਸ਼ੁਰੂਆਤ ਦੇ ਵਿੱਚ ਵੀ ਨਹੀਂ ਐ ਕਰਦੇ, ਮੈਂ ਤਾਂ ਕਦੇ ਕਿਸੇ ਨੂੰ ਚੇਤੇ ਨਹੀਂ ਕਰਾਇਆ। ਆਹ ਕਿਹੜੀ ਗੱਲ ਹੋਈ? ਹਾਂ, ਹਰ ਰੋਜ਼ ਮੈਂ ਕਹਿੰਦਾ ਸਤਿ ਸ਼੍ਰੀ ਅਕਾਲ ਜੀ, ਤੁਸੀਂ ਐ ਬੈਠੇ ਰਹਿੰਦੇ ਤੇ ਮੈਨੂੰ ਵੀ ਕਹੀ ਚੱਲ। ਮੇਰੇ ਹੱਥਾਂ ਦੇ ਵਿੱਚ ਮੇਰੇ ਹੱਥ ਦੋਵੇਂ ਵਿਅਸਤ ਹੁੰਦੇ ਨੇ। ਹਾਂ, ਵਿਅਸਤ ਨਹੀਂ, ਹਾਂ ਰੁੱਝੇ ਰੁੱਝੇ ਮਾਫੀ ਚਾਹਨੀਆਂ। ਦਿਲ ਚ ਸਤਿਕਾਰ ਹੋਣਾ ਚਾਹੀਦਾ ਹੈ। ਠੀਕ ਆ, ਹਾਂ ਮੈਂ ਵੀ ਐ ਕਰਿਆ ਕਰਾਂ। ਠੀਕ ਠਾਕ ਹੋ ਫਿਰ? ਤੁਹਾਡੇ ਹੱਥ ਦੋਵੇਂ ਵਿਹਲੇ ਹੁੰਦੇ ਨੇ। ਹਾਂ, ਆਪਾਂ ਇਸ ਗੱਲ ਤੇ ਬਹਿਸ ਨਹੀਂ ਕਰ ਰਹੇ। ਚਲੋ ਠੀਕ ਆ, ਅੱਗੇ ਵਧੋ ਫਿਰ। ਆਪਾਂ ਹੁਣ ਗੱਲ ਕਰਨੀ ਹੈ ਕਿ ਚੰਨੀ ਸਾਹਿਬ ਨੂੰ ਬੱਸੇ ਚੜਾ ਲਿਆ ਤੇ ਕੈਪਟਨ ਸਾਹਿਬ ਨੂੰ ਬੱਸ ਤੋਂ ਲਾਤਾ। ਤੇ ਫਿਰ ਨਹੀਂ ਕਿਰਾਇਆ ਦਿੱਤਾ, ਹੁਣ ਲਾਤਾ। ਠੀਕ ਆ, ਆਪਾਂ ਕੈਪਟਨ ਸਾਹਿਬ ਨੇ ਉਹ ਫਿਰ ਕੀ ਹੋ ਗਿਆ? ਕਿਰਾਇਆ ਤਾਂ ਕਿਰਾਇਆ ਹੁੰਦਾ ਜੀ, ਉਹ ਤਾਂ ਹੁੰਦਾ ਹੈ। ਤੁਹਾਨੂੰ ਲੱਗਦਾ ਵੀ ਕੈਪਟਨ ਸਾਹਿਬ ਬੱਸਾਂ 'ਚ ਸਫ਼ਰ ਕਰਦੇ ਤੇ ਹੋਣਗੇ? ਕਰਨਾ ਚਾਹੀਦਾ। ਆ ਰੋਡਵੇਜ਼ ਦੀਆਂ ਬੱਸਾਂ ਦੇ ਪਿੱਛੇ ਲਿਖਿਆ ਹੁੰਦਾ ਵਿਧਾਇਕ ਲਈ। ਹੈ। ਹਾਂ, ਇਸ ਤੋਂ ਪਹਿਲਾਂ ਕੁਝ ਕੁ ਸਾਲ ਪਹਿਲਾਂ ਜੇਕਰ ਤੁਸੀਂ ਬੱਸਾਂ ਦੇ ਉੱਤੇ ਸਫ਼ਰ ਕਰਦੇ ਸੀ ਨਾ ਜਦੋਂ, ਹਾਂਜੀ। ਧਿਆਨ ਨਾਲ ਕਦੇ ਤੁਸੀਂ ਦੇਖਿਆ ਨਹੀਂ ਆਲੇ ਦੁਆਲੇ, ਪਰ ਜਿਹੜੇ ਵੀ ਦਿਖਦੇ ਸੀ ਉਹਨਾਂ ਨੂੰ ਪਤਾ ਉੱਤੇ ਜਿਹੜੇ ਮੂਹਰਲੀਆਂ ਸੀਟਾਂ ਦੇ ਉੱਤੇ ਲਿਖਿਆ ਹੁੰਦਾ ਸੀ ਵਿਧਾਇਕ ਦੇ ਲਈ ਜੀ। ਫਿਰ ਲਿਖਿਆ ਹੁੰਦਾ ਸੀ ਅਪਾਹਜਾਂ ਦੇ ਲਈ, ਫਿਰ ਲਿਖਿਆ ਹੁੰਦਾ ਸੀ ਕੰਡਕਟਰ ਸੀਟ। ਹੁਣ ਤਾਂ ਚਲੋ ਸਾਰਾ ਕੁਝ ਹੀ ਹੋ ਗਿਆ ਇੱਕੋ ਜਿਹਾ, ਪਰ ਵਿਧਾਇਕ ਨੇ ਕਦੇ ਸਫ਼ਰ ਹੀ ਨਹੀਂ ਕੀਤਾ, ਉਹਨਾਂ ਨੇ ਮਿਟਾਤਾ। ਟਾਣਾ ਸਾਹਿਬ ਜਿਹੜੇ ਸਾਲਾਂ 'ਚ ਮੈਂ ਹੋਈ ਆ, ਹਾਂ, ਮੈਂ ਸੀ ਨਾ ਬੱਗੇ ਕਾਵਾਂ ਵੇਲੇ ਦਾ, ਜਦੋਂ ਤੋਂ ਮੈਂ ਹੋਸ਼ ਸੰਭਾਲੀ ਹੈ, ਹਾਂ, ਮੈਂ ਸਿਰਫ ਔਰਤਾਂ ਲਈ ਉਹ ਰੱਖਦੀ ਡਾਇਨਾਸੌਰ ਮੈਂ ਜਾਂਦਾ ਜਾਂਦਾ ਆਪਦੀ ਅੱਖੀਂ ਵੇਖਿਆ। ਮੈਂ ਇਕੱਲਾ ਔਰਤਾਂ ਲਈ ਰੱਖਦੀਆਂ ਸੀਟਾਂ ਹੀ ਪੜੀਆਂ। ਅੱਛਾ। ਤੇ ਜਾਂ ਮੈਂ ਉੱਥੇ ਲਿਖਿਆ ਪੜਿਆ ਵੀ ਖਿੜਕੀ ਤੋਂ ਬਾਹਰ ਆਪਣਾ ਸਿਰ ਤੇ ਬਾਹ ਨਾ ਤੇ ਕੱਢੋ। ਆਪਾਂ ਫੇਰ ਵੀ ਕੱਢ ਲੈਨੇ ਆ। ਔਰ ਮੈਂ ਬੱਸਾਂ 'ਚ ਕੁਝ ਨਹੀਂ ਲਿਖਿਆ ਪੜਿਆ। ਅੱਛਾ। ਹਾਂ, ਜਾਂ ਉਹ ਇੱਕ ਬਕਸਾ ਜਿਹਾ ਵੇਖਿਆ ਕਿ ਜਾਂਦੇ ਹੋਏ ਸੁਝਾਅ ਇਹਦੇ 'ਚ ਪਾ ਦਿਓ ਜੇ ਕੋਈ ਤੰਗੀ ਆ ਤਾਂ, ਤੇ ਜਾਂ ਫਿਰ ਪੈਰਾਂ ਥੱਲੇ ਮੂੰਗਫਲੀਆਂ ਦੇ ਛਿੱਲੜ, ਸੰਤਰੇ ਦੇ ਛਿੱਲੜ, ਜਾਂ ਉਹ ਖੰਡ ਵਾਲੀ ਗਿਰੀ, ਉਹ ਸਾਰਾ ਕੁਝ ਮੈਂ ਵੇਖਿਆ। ਆਹ ਵਿਧਾਇਕਾਂ ਵਾਲੀ ਗੱਲ ਮੈਂ ਨਹੀਂ ਵੇਖੀ ਆਪਣੀ। ਚਲੋ ਫਿਰ ਤੁਸੀਂ ਨਹੀਂ ਆਪਦੇ ਮਾਤਾ ਜੀ ਨੂੰ ਪੁੱਛੋ ਜਾ ਕੇ, ਜੀ। ਸ਼ਾਇਦ ਉਹਨਾਂ ਨੇ ਵੇਖੀ ਹੋਵੇ। ਅੱਛਾ, ਪਰ ਮੈਂ ਕਿਉਂ ਕਿਹਾ ਵੀ ਕੈਪਟਨ ਸਾਹਿਬ ਲਾਤੇ ਤੇ ਚੰਨੀ ਸਾਹਿਬ ਚੜਾਤੇ? ਦੇਖੋ ਗੱਲ ਇਹ ਆ ਵੀ ਕੈਪਟਨ ਸਾਹਿਬ ਸਾਬਕਾ ਹੋ ਗਏ। ਉਹਨਾਂ ਨੇ ਸਾਬਕਾ ਹੋਣ ਤੋਂ 2 ਮਹੀਨੇ ਪਹਿਲਾਂ ਜਿਹੜਾ ਪ੍ਰਚਾਰ ਉਹਨਾਂ ਦਾ ਬੱਸਾਂ ਦੇ ਉੱਤੇ ਹੋਇਆ ਵੀ ਬੱਸਾਂ ਦੇ ਜਿਹੜੀ ਸਰਕਾਰੀ ਬੱਸਾਂ ਰੋਡਵੇਜ਼, ਪਨ ਬੱਸ, PRTC, ਉਹਨਾਂ ਦੇ ਮਗਰ ਨਾ ਕੈਪਟਨ ਸਾਹਿਬ ਦੀਆਂ ਫੋਟੋ ਹੁੰਦੀ ਸੀ, ਪਰਾਲੀ ਨਾ ਸਾੜੋ, ਕਿਸਾਨ ਵੀਰੋ ਧੂਆਂ ਮੁਕਤ ਕਰੋ ਵਾਤਾਵਰਨ। ਫਿਰ ਇਹ ਆ ਵੀ ਟੀਕਾ ਜ਼ਰੂਰ ਲਵਾ ਲਓ। ਘਰ ਘਰ ਦੇ ਵਿੱਚ ਗੱਲ ਉਦੋਂ ਵੀ ਚੱਲੀ ਸੀ। ਠੀਕ ਆ, ਆਪਾਂ ਹਰ ਬੱਸ ਹੀ ਮੱਲੀ ਸੀ। ਠੀਕ ਆ, ਫਿਰ ਜਿੱਥੇ ਘੋੜਾ ਹੁੰਦਾ ਬੱਸ ਦਾ, ਘੋੜੇ ਵਾਲੀ ਬੱਸ ਦਾ, ਉੱਥੇ ਵੀ ਕੈਪਟਨ ਸਾਹਿਬ, ਮੈਂ ਕਹਿੰਦਾ ਮੈਂ ਘੋੜੇ ਤੋਂ ਪਰੇ ਹੋ ਜਾ ਮੜਾ ਜਾ। ਠੀਕ ਆ, ਸਾਈਡਾਂ ਤੇ ਵੀ ਏਡੀ ਵੱਡੀ ਵੱਡੀ। ਹਾਂ, ਉਹਦੇ ਉੱਤੇ ਬਹੁਤ ਪੈਸਾ ਲੱਗਾ ਜੀ। ਜਿਹੜੇ 2 ਮਹੀਨੇ ਸੀ ਉਹਨਾਂ ਦੇ ਆਖਰੀ, ਉਹਦੇ ਵਿੱਚ 59 ਲੱਖ ਰੁਪਏ ਦੇ ਕਰੀਬ, 59 ਹੀ ਹੈ ਨਾ? ਹਾਂਜੀ, ਲਗਭਗ 59 ਲੱਖ ਰੁਪਇਆ ਉਹਨਾਂ ਦਾ ਪ੍ਰਚਾਰ ਦੇ ਉੱਤੇ ਲੱਗਾ, ਬੱਸਾਂ ਦੇ ਪਿੱਛੇ ਬੋਰਡ ਲਾਉਣ ਤੇ, ਸਾਈਡਾਂ ਦੇ ਉੱਤੇ ਪ੍ਰਚਾਰ ਦੇ ਤਰੀਕੇ ਅਪਣਾਉਣ ਤੇ ਜੀ। ਹੁਣ ਚੰਨੀ ਸਾਹਿਬ ਬਣ ਗਏ, ਹੁਣ ਉਹ ਸਾਰੇ ਬੋਰਡ ਲਾ ਕੇ ਤੇ ਚੰਨੀ ਸਾਹਿਬ ਦੇ ਲੱਗ ਰਹੇ, ਮਤਲਬ ਇਹ ਆ ਲੱਗ ਹੀ ਗਏ 90% ਦੀ ਬੱਸਾਂ ਦੇ ਪਿੱਛੇ ਟੰਗਤੇ ਆ। ਉਹ ਵੀ ਕਹਿੰਦੇ ਵੀ ਪਰਾਲੀ ਨਾ ਸਾੜੋ, ਵੀ ਉਹਨਾਂ ਦਾ ਸਾੜਨ ਦਾ ਤਰੀਕਾ ਹੋਰ ਸੀ, ਆਪਣਾ ਹੋਰ ਆ। ਹੁਣ ਇਹ ਗੱਲ ਤਾਂ ਹੈ ਨਹੀਂ, ਕਿਉਂਕਿ ਆਪਾਂ ਸੋਚਦੇ ਹੀ ਨਹੀਂ। ਸਾੜਨ ਦਾ ਨਹੀਂ, ਕਹਿਣ ਦਾ ਜਾਂ ਸਾੜਨ ਦਾ, ਜਾਂ ਜਿਵੇਂ ਵੀ ਲਾ ਲਓ। ਪਰ ਜਦੋਂ ਆਪਾਂ ਨੂੰ ਪਤਾ ਵੀ ਆਪਾਂ ਲੋਕਾਂ ਨੂੰ ਬੇਨਤੀ ਕਰਨੀ, ਸੁਨੇਹਾ ਦੇਣਾ, ਆਪਦੀ ਫੋਟੋ ਨਾ ਲਾ ਕੇ ਫੋਟੋ ਲਾਉਣ ਦੇ ਚੱਕਰ ਦੇ ਵਿੱਚ 59 ਲੱਖ ਹੀ ਫੇਰ ਲਾਉਂਗੇ। ਬਿਲਕੁਲ ਸਹੀ। ਉਹ ਕੈਪਟਨ ਸਾਹਿਬ ਵੀ ਐਂ ਕਹਿੰਦੇ ਸੀ, ਚੰਨੀ ਸਾਹਿਬ ਵੀ ਐਂ ਕਹਿੰਦੇ, ਹੱਥ ਉਹਨਾਂ ਦੇ ਵੀ ਐਂ ਸੀ, ਹੱਥ ਐਂ ਚੰਨੀ ਸਾਹਿਬ ਦੇ ਆ। ਦੇਖੋ ਗੱਲ ਇਹ ਹੈ ਵੀ ਕੱਲ ਨੂੰ ਜੇ ਕਿਤੇ ਸਰਕਾਰ ਬਦਲ ਗਈ ਜਾਂ ਹੋਰ ਵੀ ਕੋਈ ਵੀ ਕਾਰਨ ਹੋਵੇ, ਫੋਟੋ ਲਾਉਣ ਦਾ ਤਾਂ ਮਤਲਬ 59 ਫੇਰ। ਹਾਂ, ਲੋਕਾਂ ਨੂੰ ਪਤਾ ਮੁੱਖ ਮੰਤਰੀ ਕੌਣ ਨੇ ਪੰਜਾਬ ਦੇ, ਤੇ ਇਸ ਲਈ ਫੋਟੋ ਦਾ ਤਾਂ ਕੋਈ ਚੱਕਰ ਹੀ ਨਹੀਂ ਹੋਣਾ ਚਾਹੀਦਾ। ਤੁਸੀਂ ਇਹ ਲਿਖੋ ਵੀ ਭਾਈ ਜੇ ਲੋਕਾਂ ਨੂੰ ਸੁਨੇਹਾ ਦੇਣਾ ਵੀ ਭਾਈ ਇਉਂ ਨਾ ਕਰੋ, ਆ ਕਰੋ, ਆ ਨਹੀਂ ਕਰਨਾ, ਆ ਕਰੋ, ਪ੍ਰਚਾਰ ਕਰੋ, ਥੱਲੇ ਲਿਖੋ
ਵੱਲੋਂ ਪੰਜਾਬ ਸਰਕਾਰ, ਬਿਲਕੁਲ ਜਿਹੜਾ ਵੀ ਮੁੱਖ ਮੰਤਰੀ ਹੈ, ਪਤਾ ਹੀ ਆ ਅਸੀਂ ਕਦੋਂ ਕਹਿੰਦੇ ਵੀ ਭਾਈ ਜੋਤੀ ਰਾਓ ਨਿੱਤਿਆ ਸਿੰਧੀਆ ਪੰਜਾਬ ਦਾ ਮੁੱਖ ਮੰਤਰੀ ਆ। ਨਹੀਂ ਨਹੀਂ, ਕਿੱਥੇ ਉਹਨਾਂ ਨੂੰ ਇੱਧਰ ਲਈ ਆਉਂਦੇ ਹੋ। ਗੱਲ ਕੀਤੀ ਹੈ ਵੀ ਸਾਨੂੰ ਭੁਲੇਖਾ ਥੋੜੀ ਆ। ਬਿਲਕੁਲ ਸਹੀ ਹੈ। ਤੇ ਮੈਂ ਤੁਹਾਨੂੰ ਸਾਰੇ ਅੰਕੜੇ ਦੱਸ ਦਿੰਨੀ ਆ ਟਾਣਾ ਸਾਹਿਬ ਕਿ ਪੀਆਰਟੀਸੀ ਦੀਆਂ 893 ਤੇ ਪੰਜਾਬ ਰੋਡਵੇਜ਼ ਤੇ ਪਨਬਸ ਜਿਹੜੀਆਂ 850 ਬੱਸਾਂ ਨੇ, ਇਹਨਾਂ ਦੇ ਉੱਪਰ 59 ਲੱਖ ਰੁਪਈਆ ਤਕਰੀਬਨ ਜਿਹੜਾ ਉਹ ਖਰਚ ਹੋਇਆ ਹੈ। ਔਰ ਆਰਟੀਆਈ ਰਾਹੀਂ ਇਹ ਸਾਰੀ ਜਾਣਕਾਰੀ ਡੀਸੀ ਗੁਪਤਾ ਹੋਰਾਂ ਨੇ ਹਾਸਲ ਕੀਤੀ ਹੈ। ਉਸ ਤੋਂ ਬਾਅਦ ਜੋ ਰੋਡਵੇਜ਼ ਤੇ ਪਨਬਸ ਦੀ ਜੇਕਰ ਗੱਲ ਕੀਤੀ ਜਾਏ, ਇਹਦੇ ਉੱਪਰ ਤਕਰੀਬਨ 35,37,247 ਰੁਪਏ ਦਾ ਖਰਚਾ ਆਇਆ ਹੈ। ਤੇ ਜੇਕਰ ਪੀਆਰਟੀਸੀ ਤੇ ਗੱਲ ਕੀਤੀ ਜਾਏ ਤਾਂ ਉਹਦੇ ਤੇ 23,38,745 ਰੁਪਏ ਜਿਹੜੇ ਆ ਇਹਦਾ ਖਰਚਾ ਆਇਆ ਹੈ, ਸਿਰਫ ਆ ਬੋਰਡਾਂ ਦੇ ਚੱਕਰ 'ਚ। ਤੇ ਇਹ ਪੰਜਾਬ ਦੇ ਲੋਕਾਂ ਦੇ ਪੈਸੇ ਆ। ਇਹ ਉਹਨਾਂ ਬੱਸਾਂ ਦੇ ਉੱਤੇ ਬੋਰਡ ਲਾ ਲਾ ਕੇ ਖਰਚੇ ਜਾ ਰਹੇ ਆ ਜਿਹੜੀਆਂ ਬੱਸਾਂ ਪਹਿਲਾਂ ਹੀ ਘਾਟੇ 'ਚ ਆ, ਜਿਨ੍ਹਾਂ ਦੇ ਬਾਬਤ ਇਹ ਗੱਲ ਕਹੀ ਜਾ ਰਹੀ ਹੈ ਇਹਨਾਂ ਨੂੰ ਅਸੀਂ ਪੈਰਾਂ ਸਿਰ ਕਰ ਰਹੇ ਹਾਂ, ਵੈਸੇ ਟਾਇਰਾਂ ਸਿਰ ਕਰਿਆ ਕਰੋ, ਪੈਰਾਂ ਸਿਰ ਨਹੀਂ। ਠੀਕ ਆ, ਠੀਕ ਹੈ ਨਾ। ਹੈਰਾਨੀ ਹੁੰਦੀ ਆ ਵੀ ਕੁਝ ਵੀ ਕਹਿ ਦਿੰਦੇ ਆ। ਹਾਂ, ਲੋਕੀ ਟਾਇਰਾਂ ਤੇ ਕਰਤੇ, ਇਹਨਾਂ ਨੇ ਬੱਸਾਂ ਪੈਰਾਂ ਤੇ ਕਰਤੀਆਂ। 1 ਰੁਪਈਆ ਬਚਾਓ। ਜੇ ਆਪਾਂ ਸਾਦੇ ਆ, ਜੇਕਰ ਆਪਾਂ ਆਮ ਘਰਾਂ 'ਚੋਂ ਉੱਠੇ ਆ, ਆਪਾਂ ਰਿਕਸ਼ਾ ਵੀ ਚਲਾਇਆ, ਆਪਾਂ ਸਭ ਕੁਝ ਕੀਤਾ, ਤਾਂ ਆਪਾਂ ਪੈਸੇ ਬਚਾਈਏ, ਰੁਪਈਆ ਚਵਾਨੀ ਬਚਾਈਏ ਪੰਜਾਬ ਦੇ ਲਈ। ਪਤਾ ਕੀ ਹੈ ਟਾਣਾ ਸਾਹਿਬ, ਅਸੀਂ ਲੋਕ ਵੀ ਤਾਂ ਕਦੇ ਸਵਾਲ ਨਹੀਂ ਨਾ ਕਰਦੇ। ਤੁਸੀਂ ਇਹ ਦੇਖੋ, ਥੋੜਾ ਜਿਹਾ ਹੋਰ 3-4 ਮਹੀਨੇ ਪਿੱਛੇ ਚਲ ਜਾਓ, ਤੁਹਾਨੂੰ ਯਾਦ ਹੋਏਗਾ ਪੂਰੇ ਪੰਜਾਬ ਦੇ ਵਿੱਚ ਆਦਮਕਦ ਬੋਰਡ ਲੱਗੇ ਸੀ ਕੈਪਟਨ ਸਾਹਿਬ ਦੇ। ਕਿਸੇ ਚੋਂ ਐ ਕਰਕੇ ਖੜੇ ਸੀ, ਕਿਸੇ ਚੋਂ ਐ ਕਰਕੇ ਖੜੇ ਸੀ, ਕਿਸੇ ਤਰੀਕੇ ਖੜੇ ਸੀ। ਕਿਤੇ ਲਿਖਿਆ ਹੋਇਆ ਸੀ ਇੰਨੇ ਸਕੂਲ ਬਣਾਤੇ, ਸੈਨਿਕਾਂ ਲਈ ਆਹ ਕਰਤਾ, ਅਸੀਂ ਪੰਜਾਬ ਦੇ ਵਿਕਾਸ ਲਈ ਆਹ ਕਰਤਾ, ਸਿਹਤ ਸਹੂਲਤਾਂ ਲਈ ਆਹ ਕਰਤਾ। ਸਾਰੇ ਪੰਜਾਬ 'ਚ ਬੋਰਡ ਲੱਗੇ ਸੀ। ਜਿਵੇਂ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰੀ ਬਣੇ, ਇਹ ਬੋਰਡ ਉਤਾਰ ਕੇ ਚੰਨੀ ਹੋਰਾਂ ਦੇ ਲਗਾ ਦਿੱਤੇ ਗਏ। ਤੇ ਇਹ ਵੀ ਤਾਂ ਲੋਕਾਂ ਦਾ ਹੀ ਪੈਸਾ ਸੀ। ਨਾਲੇ ਬਣ ਜਾਂਦੀ ਗੱਲ, ਮੁਕਾਵਾਂ ਇਹਨੂੰ 100 ਹੱਥ ਰਸਾ ਸਿਰੇ ਤੇ ਗੰਢ। ਜੇ ਕੱਲ ਨੂੰ ਮੰਨ ਲਓ ਸਿੱਧੂ ਸਾਹਿਬ ਨੂੰ ਮੌਕਾ ਮਿਲ ਜਾਂਦਾ, ਫਿਰ ਬੱਸਾਂ ਦੇ ਪਿੱਛੇ ਠੋਕੋ ਤੇ ਬੰਦਾ ਧਿਆਨ ਨਾਲ ਕੋ ਠੁੱਕੀ ਦਾ ਪਈ ਤਲੀ 4 ਪਾਸਿਆਂ ਤੋਂ। ਟਾਣਾ ਸਾਹਿਬ, ਇੱਕ ਤਸਵੀਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਇਸ ਵੇਲੇ, ਉਹਦੇ ਬਾਰੇ ਚ ਪੂਰੀ ਚਰਚਾ ਹੋ ਰਹੀ ਹੈ ਔਰ ਚਰਚਾ ਹੋਣੀ ਵੀ ਚਾਹੀਦੀ ਹੈ, ਕਿਉਂਕਿ ਅੱਗੇ ਵੀ ਆਪਾਂ ਇੱਕ ਦਿਨ ਇਹ ਗੱਲ ਕੀਤੀ ਸੀ ਇਸੇ ਪ੍ਰੋਗਰਾਮ ਦੇ ਵਿੱਚ ਕਿ ਧਾਰਮਿਕ ਸਥਾਨ ਤੇ ਜਾ ਕੇ ਅਸੀਂ ਆਪਣੀਆਂ ਹਰਕਤਾਂ ਵੱਲ ਧਿਆਨ ਜ਼ਰੂਰ ਦਿਆ। ਦੁੱਖ ਹੁੰਦਾ ਇਸ ਗੱਲ ਦੇ ਉੱਤੇ ਹਰਮਨ ਜੀ, ਕੋਈ ਮੰਦਿਰ ਦੇ ਵਿੱਚ ਜਾ ਕੇ ਊਲ ਜਲੂਲ ਹਰਕਤਾਂ ਕਰਦਾ। ਕਈ ਲੋਕ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਵੀ ਉਹ ਗੱਲਾਂ ਕਰਨ ਨੂੰ ਨਹੀਂ ਹਟਦੇ ਜਿਹੜੀਆਂ ਉਹ ਹਰ ਥਾਂ ਦੇ ਉੱਤੇ ਕਰਦੇ ਆ। ਬਿਲਕੁਲ, ਇਹ ਧਾਰਮਿਕ ਥਾਵਾਂ ਦੇ ਉੱਤੇ ਜਾ ਕੇ ਰੀਲਾਂ ਬਣਾਉਣੇ ਆ, ਉੱਥੇ ਨੱਚ ਕੇ ਵੀਡੀਓ ਪਾਉਣੇ ਆ, ਮਗਰ ਤੁਹਾਡੇ ਗੁਰਦੁਆਰਾ ਦਿਸਦਾ। ਤੁਸੀਂ ਗੁਰਦੁਆਰੇ ਦੀ ਪਰਿਕਰਮਾ ਦੇ ਵਿੱਚ ਉੱਥੇ ਨੱਚ ਕੇ ਭੱਦੇ ਜੇ ਗੀਤਾਂ ਦੇ ਉੱਤੇ ਤੇ ਕਿਹੜੀ ਰੀਲ ਬਣਾਉਣੀ ਹੈ ਤੇ ਕਿਹੜੀਆਂ ਤੁਹਾਡੀਆਂ ਰੀਲਾਂ ਚੱਲਦੀਆਂ ਹੋਣਗੀਆਂ। ਸ਼ਰਮ ਵਾਲੀ ਗੱਲ ਆ। ਮੰਦਿਰਾਂ ਦੇ ਵਿੱਚ ਵੀ ਇਵੇਂ ਹੀ ਆ। ਤੁਸੀਂ ਮੰਨ ਲਓ ਮਸਜਿਦ ਦੇ ਵਿੱਚ ਜਾਂਦੇ ਤਾਂ ਵੀ ਐਂ ਕਿਉਂ ਕਰਦੇ ਆ, ਗਿਰਜਾ ਘਰ ਦੇ ਵਿੱਚ ਜਾਂਦੇ, ਇਹ ਕੋਈ ਸੈਰ ਸਪਾਟੇ ਵਾਲੀਆਂ ਥਾਵਾਂ ਥੋੜੀ ਆ। ਅਸੀਂ ਤਾਂ ਮਨੋਰੰਜਨ ਮਸਤੀ ਦੀਆਂ ਥਾਵਾਂ ਸਮਝ ਲਿਆ ਇਹਨਾਂ ਨੂੰ। ਜੀ ਬਿਲਕੁਲ। ਔਰ ਹੁਣ ਜਿਹੜਾ ਮੁੱਦਾ ਭਖਿਆ ਹੋਇਆ ਇਹ ਕਰਤਾਰਪੁਰ ਸਾਹਿਬ ਤੋਂ ਕਹਿ ਲਓ ਸਾਹਮਣੇ ਆਇਆ ਹੈ। ਉੱਥੇ ਕਰਤਾਰਪੁਰ ਸਾਹਿਬ ਦਾ ਜਿਹੜਾ ਕਹਿ ਲਓ ਵਿਹੜਾ ਹੈ, ਉਹਦੇ ਵਿੱਚ ਇੱਕ ਮਾਡਲ ਇੱਕ ਕੱਪੜਿਆਂ ਦੀ ਮਸ਼ਹੂਰੀ ਦੇ ਲਈ ਉਹ ਕੱਪੜੇ ਪਾ ਕੇ, ਉਹ ਸੂਟ ਪਾ ਕੇ ਤੇ ਉੱਥੇ ਤਸਵੀਰਾਂ ਖਿਚਾ ਰਹੀ ਨੰਗੇ ਸਿਰ, ਜਿਸ ਤੋਂ ਬਾਅਦ ਵਿੱਚ ਇਹ ਵਿਵਾਦ ਬਹੁਤ ਜ਼ਿਆਦਾ ਭਖ ਗਿਆ ਕਿ ਇਹ ਵੀ ਸਿੱਧੇ ਤੌਰ ਦੇ ਉੱਪਰ ਬੇਅਦਬੀ ਹੈ। ਦੇਖੋ, ਉਹ ਜਿਹੜੀਆਂ ਤਸਵੀਰਾਂ ਖਿਚਵਾਈਆਂ ਨਾ, ਜੀ, ਇੱਕ ਤਾਂ ਹੁੰਦਾ ਵੀ ਬੰਦਾ ਇਉਂ ਤਸਵੀਰ ਖਿਚਵਾਉਂਦਾ, ਉਹਦੇ ਵਿੱਚੋਂ ਉਹਦੀ ਸ਼ਰਧਾ ਤੇ ਆਸਥਾ ਨਜ਼ਰ ਆਉਂਦੀ ਹੈ। ਜੀ, ਇੱਕ ਹੁੰਦਾ ਉੱਥੇ ਭੰਗੜਾ ਪਾ ਕੇ ਜਾਂ ਆਪਦੀਆਂ ਫਰਾਕਾਂ ਜੀਆਂ ਖਿਲਾਰ ਕੇ ਫੋਟੋਆਂ ਕਰਵਾਉਣੀਆਂ। ਇਹਨੇ ਫਰਾਕਾਂ ਜੀਆਂ ਖਿਲਾਰ ਕੇ ਲਾਲ ਰੰਗ ਦੀਆਂ ਫੇਰ ਕਰਵਾਈਆਂ, ਕਦੇ ਕਿਤੇ ਐਂ ਬੈਠੀ ਆ, ਕਦੇ ਐਂ ਬੈਠੀ ਆ, ਕਦੇ ਇਉਂ ਬੈਠੀ ਆ, ਤੇ ਮਗਰ ਗੁਰਦੁਆਰਾ ਸਾਹਿਬ ਨਜ਼ਰ ਆ ਰਿਹਾ। ਇਹ ਤਾਜ ਮਹਿਲ ਨਹੀਂ, ਇਹ ਗੁਰਦੁਆਰਾ ਸਾਹਿਬ ਆ। ਇਹ ਪਤਾ ਨਹੀਂ ਕਿੰਨੇ ਦਹਾਕਿਆਂ ਦੀਆਂ ਅਰਦਾਸਾਂ ਤੋਂ ਬਾਅਦ ਸ਼ੁਰੂਆਤ ਹੋਈ ਹੈ ਇਹਦੀ। ਬਿਲਕੁਲ ਸਹੀ। ਤੇ ਫੇਰ ਬੰਦ ਕਰਤਾ ਸੀ ਤੇ ਫੇਰ ਅਰਦਾਸਾਂ ਨਾਲ ਹੀ ਸ਼ੁਰੂਆਤ ਹੋਈ ਆ। ਤੁਹਾਨੂੰ ਹੋਰ ਹੀ ਚੰਡੀ ਚੜੀ ਆ ਵੀ ਆਪਾਂ ਉਧਰ ਨੱਚ ਲੈਨੇ ਆ, ਇੱਧਰ ਵਿੰਗਾ ਜਾਂ ਕੋਈ ਪੋਜ ਦੇ ਦਿੰਨੇ ਆ। ਸੋ ਇਹਦੀ ਜਦੋਂ ਲਾਹਣਤਾਂ ਪਾਈਆਂ, ਜਿਹੜੀ ਕੰਪਨੀ ਨੇ ਇਹਨੂੰ ਨਾ ਇੱਕ ਨੇ ਨਾਲ ਜੋੜਿਆ ਵੀ ਉਹਨਾਂ ਦੇ ਲੀੜਿਆਂ ਦੀ ਮਸ਼ਹੂਰੀ ਕਰਨ ਦੇ ਲਈ, ਮੰਨਤ ਕਲੈਕਸ਼ਨ ਕੁਛ ਇਦਾਂ ਜੇ ਆ, ਉਹ ਆਪਦੇ ਕੱਪੜਿਆਂ ਦੀ ਮਸ਼ਹੂਰੀ ਕਰਵਾਉਣ ਦੇ ਲਈ ਇਹਨੂੰ ਨਾਲ ਰੱਖਦੇ ਆ। ਇਹਨੇ ਪਾ ਕੇ ਉਹਨਾਂ ਨੇ ਲੀੜੇ ਲੂੜੇ ਜੇ ਤੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਚਲੀ ਗਈ। ਉੱਥੇ ਮਗਰਲੇ ਪਾਸੇ ਸਾਰਾ ਗੁਰਦੁਆਰਾ ਨਜ਼ਰ ਆ ਰਿਹਾ। ਤੇ ਹੁਣ ਜਦੋਂ ਪਈਆਂ ਲਾਹਣਤਾਂ ਤਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੋਂ ਇਹਦੀਆਂ ਫੋਟੋਆਂ ਹਟਾ ਦਿੱਤੀਆਂ ਤੇ ਮਾਫੀ ਵੀ ਮੰਗੀ ਆ। ਕਿਉਂਕਿ ਪਾਕਿਸਤਾਨ ਦੇ ਵਿੱਚ ਜਿਹੜਾ ਸਿੱਖ ਭਾਈਚਾਰਾ ਵਸਦਾ, ਇੱਧਰ ਵੀ ਜਿਹੜਾ ਸਿੱਖ ਭਾਈਚਾਰਾ ਵਸਦਾ ਭਾਰਤ ਦੇ ਵਿੱਚ, ਸਭ ਨੇ ਇਹ ਗੱਲ ਕਹੀ ਵੀ ਦਿਮਾਗ ਨੂੰ ਕੀ ਹੋ ਗਿਆ ਇਹਦੇ ਨੂੰ। ਬਿਲਕੁਲ ਸਹੀ। ਪਰ ਮੈਨੂੰ ਨਾ ਇੱਕ ਗੱਲ ਦੀ ਹੈਰਾਨੀ ਬੜੀ ਹੋਈ ਹੈ, ਬੀਬੀ ਨੇ ਵੀ ਮਾਫੀ ਮੰਗੀ ਹੈ ਤੇ ਕਹਿੰਦੀ ਹੈ ਕਿ ਮੈਂ ਤਾਂ ਉੱਥੇ ਜਾ ਕੇ ਸਿੱਖ ਇਤਿਹਾਸ ਦੇ ਬਾਰੇ ਚ ਜਾਣਨਾ ਚਾਹੁੰਦੀ ਸੀ, ਉੱਥੇ ਜਾ ਕੇ ਮੈਂ ਉੱਥੇ ਉਹਨਾਂ ਦੀ ਸ਼ਰਧਾ ਭਾਵਨਾ ਵੇਖਣਾ ਚਾਹੁੰਦੀ ਸੀ। ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਟਾਣਾ ਸਾਹਿਬ, ਮੰਨ ਲਓ ਵੀ ਅਸੀਂ ਜੇ ਆਪਾਂ ਸਿੱਖ ਪਰਿਵਾਰਾਂ ਤੋਂ ਹਾਂ, ਆਪਾਂ ਕਿਸੇ ਹੋਰ ਧਾਰਮਿਕ ਸਥਾਨ ਤੇ ਜੇਕਰ ਜਾਂਦੇ ਹਾਂ ਤਾਂ ਅਸੀਂ ਉੱਥੇ ਵੇਖਦੇ ਹਾਂ ਕਿ ਜਿਹੜੇ ਬਾਕੀ ਲੋਕ ਆਏ ਹੋਏ ਨੇ ਉਹ ਕਿਸ ਤਰੀਕੇ ਦੇ ਨਾਲ ਕਿਵੇਂ ਨਤਮਸਤਕ ਹੋ ਰਹੇ ਨੇ, ਕੀ ਉੱਥੋਂ ਦੀ ਪਰੰਪਰਾ ਹੈ, ਉਹ ਕਿਹੜੇ ਰਿਵਾਜ ਜਿਹੜੇ ਨੇ ਉਸ ਹਿਸਾਬ ਦੇ ਨਾਲ ਉੱਥੇ ਨਤਮਸਤਕ ਹੋ ਰਹੇ ਨੇ, ਹਨਾ।
ਤੇ ਇਹ ਬੀਬੀ ਉੱਥੇ ਗਈ, ਇਹਨੇ ਵੇਖਿਆ ਨਹੀਂ ਕਿ ਸਾਰਿਆਂ ਦੇ ਸਿਰ ਢੱਕੇ ਹੋਏ ਨੇ, ਉੱਥੇ ਬਾਕੀ ਬੀਬੀਆਂ ਕਿਸ ਤਰੀਕੇ ਨਾਲ ਵਿਚਰ ਰਹੀਆਂ ਨੇ, ਪਤਾ ਨਹੀਂ ਸਾਡੀਆਂ ਅੱਖਾਂ ਹੀ ਬੰਦ ਹੋ ਜਾਂਦੀਆਂ ਨੇ, ਪਤਾ ਨਹੀਂ ਅਸੀਂ ਦਿਮਾਗੋਂ ਹੀ ਪੈਦਲ ਹੋ ਜਾਂਦੇ, ਸਾਨੂੰ ਪਤਾ ਹੀ ਨਹੀਂ ਅਸੀਂ ਕਿਸੇ ਵੀ, ਜੇਕਰ ਤੁਹਾਨੂੰ ਕਿਸੇ ਧਾਰਮਿਕ ਸਥਾਨ ਦੀ ਮਰਿਆਦਾ ਦੇ ਬਾਰੇ ਚ ਨਹੀਂ ਪਤਾ ਤਾਂ ਪਹਿਲਾਂ ਜਾ ਕੇ ਉਹ ਪਤਾ ਕਰੋ, ਉਸ ਤੋਂ ਬਾਅਦ ਵਿੱਚ ਕੋਈ ਹਰਕਤ ਕਰੋ, ਹਨਾ। ਪਰ ਇਹ ਬੀਬੀ ਜੀ ਨੇ ਆਪਣੀਆਂ ਫੋਟੋਆਂ ਖਿਚਾਈਆਂ ਤੇ ਉਸ ਤੋਂ ਬਾਅਦ ਰੌਲਾ ਪੈ ਗਿਆ ਤੇ ਹੁਣ ਕਹਿੰਦੇ ਮੈਂ ਮਾਫੀ ਚਾਹੁੰਦੀ ਆ। ਤੇ ਬੜਾ ਮੈਨੂੰ ਹੈਰਾਨਗੀ ਹੋਈ ਤੇ ਦੁੱਖ ਵੀ ਹੋਇਆ ਵੀ ਭਾਈ ਸਾਡੇ ਵਿੱਚੋਂ ਹੀ, ਅਸੀਂ ਸਾਡੇ ਵਿੱਚੋਂ ਤਾਂ ਕਹਿੰਦੇ ਆ ਵੀ ਭਾਰਤ ਇੱਕ ਹੀ ਸੀ ਜੀ, ਇਹ ਸਾਡੇ ਹੀ ਸਾਰੇ ਆ, ਭਾਵੇਂ ਕਿਸੇ ਵੀ ਦੁਨੀਆ ਦੇ ਹਿੱਸੇ ਦੇ ਵਿੱਚ ਬੈਠੇ ਆ, ਮਨੁੱਖ ਤਾਂ ਮਨੁੱਖ ਹੀ ਆ, ਮਨੁੱਖ ਹੋਣ ਦੇ ਨਾਤੇ ਇਹ ਗੱਲ ਕਹਿਣੀ ਚਾਹੀਦੀ ਆ। ਤੇ ਉਹਨੇ ਆ ਕੁਝ ਕੀਤਾ, ਇਧਰਲੀ ਕੋਈ ਬੀਬੀ ਕਰੇ ਤਾਂ ਵੀ ਮਾੜੀ ਗੱਲ ਆ, ਇਧਰ ਕੋਈ ਬੰਦਾ ਕਰੇ ਤਾਂ ਵੀ ਮਾੜੀ ਗੱਲ ਆ, ਤੇ ਕਰਦੀਆਂ ਵੀ ਆ ਤੇ ਕਰਦੇ ਵੀ ਆ, ਦੋਨੋਂ ਹੀ ਕਰਦੇ ਆ। ਸੋ ਇਸ ਕਰਕੇ ਭਾਈ ਇਦਾਂ ਦੀਆਂ ਹਰਕਤਾਂ ਨਾ ਕਰੋ, ਇਹ ਹਰਕਤਾਂ ਤੋਂ ਵੱਧ ਕੇ ਸ਼ਬਦ ਕਰਤੂਤਾਂ ਇਹਨਾਂ ਦੇ ਉੱਤੇ ਲੋਟ ਆਉਂਦਾ, ਇਦਾਂ ਦੀਆਂ ਬਿਲਕੁਲ ਨਾ ਕਰਿਆ ਕਰੋ। ਬਿਲਕੁਲ ਸਹੀ ਹੈ। ਕਿਸੇ ਵੀ ਧਾਰਮਿਕ ਸਥਾਨ ਤੇ ਜਦੋਂ ਜਾਂਦੇ ਹੋ, ਮੈਂ ਫਿਰ ਕਹਿੰਦੀ ਆ ਕਿ ਉੱਥੇ ਜਾ ਕੇ ਪਹਿਲਾਂ ਉੱਥੋਂ ਦੀ ਜੋ ਵੀ ਪਰੰਪਰਾ ਹੈ, ਜਿਵੇਂ ਉੱਥੇ ਲੋਕ ਵਿਚਰਦੇ ਨੇ, ਉਹ ਪਹਿਲਾਂ ਸਿੱਖੋ, ਮਰਿਆਦਾ ਦੇ ਬਾਰੇ ਚ ਜਾਣੋ, ਉਸ ਤੋਂ ਬਾਅਦ ਚ ਉੱਥੇ ਅੰਦਰ ਜਾਓ। ਬਿਲਕੁਲ ਸਹੀ। ਹਰਮਨ ਜੀ, ਇੱਕ ਬੇਹੱਦ ਦੁਖਦਾਈ ਖਬਰ ਆਈ ਆ। ਜੀ, ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਜਨਾਬ ਜਗਦੀਸ਼ ਲਾਲ ਅਹੂਜਾ ਸਾਹਿਬ ਸਾਡੇ ਕੋਲੋਂ ਚਲੇ ਗਏ। ਬਿਲਕੁਲ, ਨਾਂ ਨੂੰ ਸੁਣ ਕੇ ਹੋ ਸਕਦਾ ਕੋਈ ਬੰਦਾ ਇਹ ਕਹੇ ਵੀ ਕੌਣ ਜਗਦੀਸ਼ ਲਾਲ ਅਹੂਜਾ, ਪਰ ਜਿਹੜੇ ਲੋਕ ਕਦੇ PGI ਦੇ ਵੱਲ ਗਏ ਆ ਤੇ ਉਹਨਾਂ ਨੂੰ ਪਤਾ ਵੀ ਇੱਕ ਲੰਗਰ ਬਾਬੇ ਦੇ ਨਾਂ ਦੇ ਨਾਲ ਬੰਦਾ ਮਸ਼ਹੂਰ ਸੀ ਤੇ ਉਹ ਜਗਦੀਸ਼ ਲਾਲ ਅਹੂਜਾ ਹੀ ਸੀ। ਬਿਲਕੁਲ ਸਹੀ। ਅਸੀਂ ਬਹੁਤ ਸਾਰੇ ਲੋਕ ਆ ਜਿਹੜੇ ਉਹ ਦਾਨ ਦਿੰਨੇ ਆ, ਸਾਰੇ ਤਾਂ ਨਹੀਂ ਕਹਿੰਦਾ, ਬਹੁਤ ਸਾਰੇ ਲੋਕ, ਕੋਈ ਸੂਈ ਜੋਗਾ, ਕੋਈ ਸਲਾਈ ਜੋਗਾ, ਕੋਈ 5 ਰੁਪਏ ਦਾਨ ਕਰਦਾ, ਕੋਈ 5 ਲੱਖ ਕਰਨ ਜੋਗਾ ਵੀ ਹੋਊਗਾ, ਪਰ ਇਦਾਂ ਦੀ ਉਦਾਹਰਨ ਕਦੇ ਮਿਲੀ ਨਹੀਂ ਕਿ ਬੰਦਾ ਆਪਦਾ ਸਾਰਾ ਕੁਝ ਹੀ ਲੰਗਰ ਵਾਸਤੇ ਵੇਚ ਦੇਵੇ, ਬੰਦਾ ਆਪਦੇ 2 ਸ਼ੋਰੂਮ ਵੇਚ ਦੇਵੇ ਲੰਗਰ ਦੇ ਵਿੱਚ ਸੇਵਾ ਪਾਉਣ ਦੇ ਲਈ, ਬੰਦਾ 5 ਕਨਾਲ ਦਾ ਕੋਲਡ ਸਟੋਰ ਵੇਚ ਦੇਵੇ ਜਿਹੜਾ ਲੰਗਰ ਦੇ ਵਿੱਚ ਹਿੱਸਾ ਪਾਉਣ ਦੇ ਲਈ, 36 ਏਕੜ ਜ਼ਮੀਨ ਬਰਨਾਲੇ ਦੇ ਵਿੱਚ ਉਹ ਵੇਚ ਦੇਵੇ ਸਿਰਫ ਲੰਗਰ ਦੇ ਵਿੱਚ ਯੋਗਦਾਨ ਪਾਉਣ ਦੇ ਲਈ। ਸੋ ਲੰਗਰ ਇਹਨਾਂ ਨੇ ਐਸਾ ਚਲਾਇਆ ਤੇ PGI ਦੇ ਮੂਹਰੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਉੱਥੇ ਲੋਕ ਆਉਂਦੇ ਦੁਖਿਆਰੇ, ਇੱਕ ਤਾਂ ਮਰੀਜ਼ ਹੁੰਦਾ ਜਿਹੜਾ ਅੰਦਰ ਦਾਖਲ ਹੁੰਦਾ ਜਿਹਦਾ ਇਲਾਜ ਚੱਲ ਰਿਹਾ, ਤੇ ਜਿਹੜੇ ਉਹਦੇ ਟੱਬਰ ਦੇ ਜੀ ਆ ਉਹਨਾਂ ਨੂੰ ਬਾਹਰ ਰੋਟੀ ਮਿਲਦੀ ਆ ਕਿ ਨਹੀਂ ਮਿਲਦੀ, ਇਹਦਾ ਖਿਆਲ ਸਿਰਫ ਜਗਦੀਸ਼ ਲਾਲ ਅਹੂਜਾ ਹੋਰੀ ਕਰਦੇ ਸੀਗੇ। ਤੇ ਸਲਾਮ ਆ ਉਹਨਾਂ ਨੂੰ, ਉਹ ਚਲੇ ਗਏ ਆ ਪਰ ਸਾਡੇ ਚੇਤੇ 'ਚ ਵਸੇ ਰਹਿਣਗੇ। ਬਿਲਕੁਲ ਸਹੀ। ਜਗਦੀਸ਼ ਲਾਲ ਅਹੂਜਾ ਹੋਰਾਂ ਦੀ ਜੇ ਗੱਲ ਕਰੀਏ ਤਾਂ 15 ਸਾਲ ਪਹਿਲਾਂ ਇਹਨਾਂ ਨੂੰ ਕੈਂਸਰ ਹੋ ਗਿਆ ਸੀ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਆ ਉਹ ਲੰਗਰ ਦੇ ਲੇਖੇ ਲਗਾ ਦਿੱਤੀ। ਇਹਨਾਂ ਦੇ ਜਵਾਈ ਨੇ ਇੱਕ ਜਾਣਕਾਰੀ ਦਿੱਤੀ ਆ ਵੀ ਇਹਨਾਂ ਦੇ ਅੰਦਰ ਦ੍ਰਿੜਤਾ ਕਿੰਨੀ ਸੀ ਜੀ, ਹੌਸਲਾ ਕਿੰਨਾ ਸੀ, ਊਰਜਾ ਕਿੰਨੀ ਸੀ। ਉਹ ਕਹਿੰਦੇ ਆਮ ਤੌਰ ਦੇ ਉੱਤੇ ਜਦੋਂ ਕਿਸੇ ਬੰਦੇ ਦੀ ਕੀਮੋਥੈਰੇਪੀ ਹੋਵੇ ਉਹ ਉੱਠਦਾ ਨਹੀਂ ਛੇਤੀ ਕਿਤੇ, ਕਈ ਦਿਨ ਉਹਨੂੰ ਲੱਗ ਜਾਂਦੇ ਤਾਬੇ ਆਉਣ ਤੇ। ਇਹ ਕੀਮੋਥੈਰੇਪੀ ਕਰਾਉਣ ਤੋਂ ਬਾਅਦ 2 ਘੰਟੇ ਮਗਰੋਂ ਫੇਰ ਲੰਗਰ ਚ ਆ ਜਾਂਦੇ ਸੀ। ਤੇ ਇਹਨਾਂ ਨੇ ਮੌਤ ਤੋਂ ਪਹਿਲਾਂ ਆਪਦੇ ਲਾਂਗਰੀ ਨੂੰ ਫੋਨ ਕਰਕੇ ਪਤਾ ਕੀ ਕਿਹਾ, ਮੇਰੇ ਜਾਣ ਤੋਂ ਬਾਅਦ ਵੀ ਲੰਗਰ ਚੱਲਦਾ ਰੱਖੀ। ਕੀ ਬਾਤ ਹੈ। ਤੁਸੀਂ ਵੇਖੋ ਟਾਣਾ ਸਾਹਿਬ 15 ਸਾਲ ਪਹਿਲਾਂ ਸੈਕਟਰ 17 ਜਿਹੜਾ ਕਿ ਮੰਨਿਆ ਪਰਮੰਨਿਆ ਸੈਕਟਰ ਹੈ ਚੰਡੀਗੜ੍ਹ ਦਾ, ਸੈਕਟਰ 17 ਤੇ 44 ਦੇ ਵਿੱਚ ਇਹਨਾਂ ਦੇ 2 ਸ਼ੋਰੂਮ ਸੀਗੇ ਜਿਹੜੇ ਵੇਚ ਦਿੱਤੇ ਇਹਨਾਂ ਨੇ। ਉਸ ਤੋਂ ਬਾਅਦ ਪੰਚਕੂਲਾ ਦੀ 16 ਮਰਲੇ ਇਹਨਾਂ ਦੀ ਕੋਠੀ ਸੀ ਉਹ ਵੇਚ ਦਿੱਤੀ। ਫਿਰ ਬਰਨਾਲੇ ਦੇ ਵਿੱਚ 36 ਕਿੱਲੇ ਜ਼ਮੀਨ ਸੀ ਉਹ ਵੇਚ ਦਿੱਤੀ। 2 ਸਾਲ ਪਹਿਲਾਂ ਇੰਡਸਟਰੀਅਲ ਏਰੀਆ ਦੇ ਵਿੱਚ ਇਹਨਾਂ ਦਾ 5 ਕਨਾਲ ਦਾ ਕੋਲਡ ਸਟੋਰ ਸੀ ਉਹ ਵੇਚਦਾ, ਸਿਰਫ ਤੇ ਸਿਰਫ ਭੁੱਖਿਆਂ ਨੂੰ ਰਜਾਉਣ ਲਈ, ਲੰਗਰ ਲਾਉਣ ਦੇ ਲਈ। ਇਹੋ ਜਿਹੇ ਲੋਕਾਂ ਨੂੰ ਸੱਚੀ ਮੁੱਚੀ ਸਲਾਮ ਕਰਨੀ ਬਣਦੀ ਹੈ ਜੀ। ਬਿਲਕੁਲ। ਅਸੀਂ ਤਾਂ ਮਾੜਾ ਜਿਹਾ ਦਾਨ ਦੇ ਕੇ ਕਈ ਵਾਰੀ ਸੁਣਾਉਣ ਲੱਗ ਜੰਨੇ ਆ, ਪੱਖਾ ਦੇ ਕੇ ਨਾ ਕਿਸੇ ਨੂੰ ਪੱਖਾ ਗੁਰਦੁਆਰੇ ਚ ਲਵਾ ਕੇ ਸਾਰੇ ਟੱਬਰ ਦੇ ਉਹਦੇ 3 ਖੰਭ ਹੁੰਦੇ ਆ, ਤਿੰਨਾਂ ਦੇ ਉੱਤੇ ਇਹਨੇ ਸੇਵਾ ਕਰਾਈ, ਇੰਨੀ ਤਰੀਕ ਨੂੰ ਆ ਹੋਇਆ, ਪੁੱਤਰ ਸਰਦਾਰ ਆਹਾ, ਫਲਾਣਾ ਆਹਾ। ਜੇ 10,000 ਰੁਪਇਆ ਕਿਸੇ ਨੂੰ ਦੇ ਦਈਏ ਅਸੀਂ ਕਹਿੰਦੇ ਵੀ ਉਸ ਕੰਧ ਤੇ ਮੇਰਾ ਪੱਥਰ ਲਾ, ਹੁਣ ਤਾਂ ਥੱਲੇ ਫਰਸ਼ ਤੇ ਵੀ ਨਾਂ ਲਿਖਵਾਉਣ ਲੱਗ ਗਏ ਕਿਉਂਕਿ ਬਾਕੀ ਥਾਵਾਂ ਬਚ ਗਈਆਂ ਨਹੀਂ ਗੀਆਂ। ਪਰ ਇਹ ਲੋਕ ਆ ਜਿਹੜੇ, ਇਹਨਾਂ ਨੇ ਆਹ ਕੁਝ ਨਹੀਂ ਕੀਤਾ। ਇਹਨਾਂ ਨੇ ਉੱਥੇ ਕੁਝ ਨਹੀਂ ਕਿਹਾ ਵੀ ਭਾਈ ਇੱਥੇ ਲਾਓ ਲਿਖ ਕੇ ਵੱਡੇ ਅੱਖਰਾਂ ਦੇ ਵਿੱਚ ਕਿ ਜਗਦੀਸ਼ ਲਾਲ ਅਹੂਜਾ ਦਾ ਲੰਗਰ ਇੱਥੇ ਚੱਲਦਾ ਹੈ। ਇਹਨਾਂ ਨੇ ਕੁਝ ਨਹੀਂ ਲਿਖਵਾਇਆ। ਸਰਕਾਰ ਨੂੰ ਜਾਣਕਾਰੀ ਮਿਲੀ, ਉਹਨੇ ਆਪ ਮੁਹਾਰੇ ਸਨਮਾਨਿਤ ਕੀਤਾ ਇਹਨਾਂ ਨੂੰ। ਸੋ ਉਹਨਾਂ ਦਾ ਵੀ ਧੰਨਵਾਦ। ਸੱਚੀ ਮੁੱਚੀ ਇਹੋ ਜਿਹੇ ਲੋਕ ਹੱਕਦਾਰ ਆ ਸਨਮਾਨਾਂ ਦੇ। ਜਿਸ ਦਿਨ ਇਹਨਾਂ ਨੇ ਪਦਮ ਸ਼੍ਰੀ ਅਵਾਰਡ ਲੈਣ ਦੇ ਲਈ ਜਾਣਾ ਸੀ ਉਸ ਦਿਨ ਵੀ ਬਿਮਾਰ ਹੋ ਗਏ, ਹਾਲਤ ਠੀਕ ਨਹੀਂ ਸੀ, ਇਸ ਲਈ ਜਾ ਨਹੀਂ ਸੀ ਸਕੇ, ਹਨਾ। ਪਰ ਇਹੋ ਜਿਹੇ ਲੋਕਾਂ ਤੋਂ ਟਾਣਾ ਸਾਹਿਬ ਤੁਸੀਂ ਵੇਖੋ, ਕਈ ਦਹਾਕੇ, ਬੰਦਾ 1 ਦਿਨ ਕਰ ਲਓ, 2 ਦਿਨ ਕਰ ਲਓ, 6 ਮਹੀਨੇ ਕਰ ਲਓ, ਪਰ ਕਈ ਦਹਾਕੇ ਹਰ ਰੋਜ਼ ਬਿਨ ਨਾਗਾਏ ਕੰਮ ਕਰਨਾ, ਲੰਗਰ ਲਾਉਣਾ, ਭੁੱਖਿਆਂ ਨੂੰ ਰਜਾਉਣਾ, ਇਹ ਕੋਈ ਸੌਖੀ ਗੱਲ ਨਹੀਂ ਆ, ਹਨਾ। ਸਾਡੇ ਵਰਗਾ ਜੇ ਕਿਤੇ 1 ਦਿਨ ਲੰਗਰ ਲਾ ਦੇ ਤਾਂ ਵੀ ਮਹੀਨਾ 2 ਮਹੀਨੇ ਸਰੂਰ ਚ ਹੀ ਰਹਿੰਦਾ ਵੀ ਆਪਾਂ ਲੰਗਰ ਲਾਇਆ ਸੀ। ਲੰਗਰ ਦੀਆਂ ਫੋਟੋਆਂ ਲਵਾਉਣੇ ਅਖਬਾਰਾਂ 'ਚ ਵੀ ਭਾਈ ਫਲਾਣੀ ਥਾਂ ਦੇ ਉੱਤੇ ਫਲਾਣੇ ਨੇ ਲੰਗਰ ਲਾਇਆ ਜੀ, ਫਲਾਣੀ ਕਲੱਬ ਨੇ ਲੰਗਰ ਲਾਇਆ, ਤੇ ਨਾਲ ਫੋਟੋ ਸਾਰਿਆਂ ਦੀਆਂ ਕੜਛੀਆਂ ਚੱਕਿਆ ਨਹੀਂ ਹੁੰਦੀ ਹੈ। ਬਿਲਕੁਲ ਸਹੀ ਹੈ। ਸੋ ਸਾਨੂੰ ਇਹਨਾਂ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਹੈ, ਸਾਨੂੰ ਇਹਨਾਂ ਦੀ ਜ਼ਿੰਦਗੀ ਤੋਂ ਬਹੁਤ ਕੁਝ ਸਿੱਖ ਕੇ ਤੇ ਅੱਗੇ ਵਧਣਾ ਚਾਹੀਦਾ ਹੈ। ਧਾਰਮਿਕ ਦਿਨ ਤਿਉਹਾਰਾਂ ਦੇ ਉੱਤੇ ਬਹੁਤ ਸਾਰੇ ਲੰਗਰ ਲੱਗਦੇ ਆ, ਲੰਗਰ ਦੇ ਵਿੱਚ ਯਕੀਨ ਰੱਖਣ ਵਾਲੇ ਸਾਰੇ ਹੀ ਲੋਕਾਂ ਨੂੰ ਸਲਾਮ ਆ। ਬਿਲਕੁਲ ਸਹੀ। ਪਰ ਹੁਣ ਲੰਗਰ ਇਹਨਾਂ ਹਸਪਤਾਲਾਂ ਦੇ ਬਾਹਰ ਲਾਉਣ ਦੀ ਵੀ ਲੋੜ ਆ, ਕਿਉਂਕਿ ਬੰਦੇ ਦਾ ਜਲੂਸ ਨਿਕਲਿਆ ਪਿਆ ਹੁੰਦਾ ਖਰਚਾ ਕਰ ਕਰਕੇ।
ਬੰਦਾ ਪਤਾ ਨਹੀਂ ਪੰਜੀ ਪੰਜੀ ਕਿੱਥੋਂ ਇਕੱਠੀ ਕਰਕੇ ਲਿਆਉਂਦਾ। ਮੇਰੇ ਨਾਲ ਤਾਂ ਵਾਪਰੀ ਹੈ ਹੁਣੇ ਬਿਲਕੁਲ ਸਹੀ। ਪਰ ਜਦੋਂ ਮੈਂ ਉੱਥੇ ਡੀਐਮਸੀ ਦੇ ਬਾਹਰ ਵੇਂਦਾ ਸੀ, ਉੱਥੇ ਜਿਹੜੀ ਸਾਹਮਣੇ ਪਾਰਕ ਆ ਮੁੱਖ ਦਰਵਾਜ਼ੇ ਦੇ ਮੂਹਰੇ, ਉੱਥੇ ਹਰ ਰੋਜ਼ ਆਥਰ ਦੇ ਵੇਲੇ ਲੰਗਰ ਲੱਗਦਾ। ਬਿਲਕੁਲ ਸਹੀ। ਉਹ ਲੋਕ ਆ ਜਿਹੜੇ ਉਹ ਰੋਟੀਆਂ ਬਣਾ ਕੇ ਲਿਆਉਂਦੇ ਆ, ਦਾਲ ਸਬਜ਼ੀ ਬਣਾ ਕੇ ਲਿਆਉਂਦੇ ਆ, ਅਚਾਰ ਲੈ ਕੇ ਆਉਂਦੇ, ਉੱਥੇ ਲੰਗਰ ਲਾ ਕੇ ਜਦੋਂ ਸਮਾਪਤੀ ਹੋ ਜਾਂਦੀ ਚਲੇ ਜਾਂਦੇ ਆ। ਫਿਰ ਕੁਝ ਕੁ ਲੋਕਾਂ ਨੂੰ ਮੈਂ ਉੱਥੇ ਦੇਖਿਆ ਡੀਐਮਸੀ ਦੇ ਗੇਟ ਦੇ ਮੂਹਰੇ ਸੈਂਡਵਿਚਾਂ ਦੇ ਲੰਗਰ ਲਾਏ। ਇੱਕ ਬੰਦਾ ਇੰਨੇ ਸੈਂਡਵਿਚ ਲੈ ਕੇ ਆਇਆ, ਉਹਨੇ ਲੋਕਾਂ ਨੂੰ ਵੰਡੇ। ਉਹ ਕਹਿੰਦਾ ਬਾਈ ਜੀ ਬਸ ਮੈਂ ਕੁਝ ਦੱਸਣਾ ਨਹੀਂ ਚਾਹੁੰਦਾ ਵੀ ਇਹ ਕਿਹਦੇ ਵੱਲੋਂ ਆ, ਇਹ ਗੁਪਤੀ ਆ, ਬਸ ਇਹ ਜਿਹਨੇ ਵੀ ਛਕਣਾ ਛਕੋ। ਜੀ ਬਿਲਕੁਲ। ਸੋ ਕਮਾਲ ਆ, ਲੋਕ ਇਦਾਂ ਦੇ ਵੀ ਹੈਗੇ ਆ। ਇਹਨਾਂ ਸਾਰੇ ਲੋਕਾਂ ਨੂੰ ਜਿਹੜੇ ਅੱਜ ਵੀ ਹਸਪਤਾਲਾਂ ਦੇ ਬਾਹਰ ਜਾ ਕੇ ਦੁਖਿਆਰਿਆਂ ਦੇ ਲਈ ਆ ਕੁਝ ਕਰਦੇ ਨੇ, ਜਿਹੜੇ ਲੋਕ ਕਿਸੇ ਦੀ ਬਾਹ ਫੜਦੇ ਨੇ ਮੁਸ਼ਕਲ ਦੇ ਵੇਲੇ 'ਚ, ਉਹਨਾਂ ਸਾਰੇ ਲੋਕਾਂ ਨੂੰ ਸਲਾਮ ਹੈ। ਅਸਲ ਦੇ ਵਿੱਚ ਹਰ ਧਰਮ ਇਹੀ ਸਿਖਾਉਂਦਾ। ਬਿਲਕੁਲ ਸਹੀ ਗੱਲ। ਇਹੀ ਸੇਵਾ ਕਰਨ ਦਾ ਸਾਨੂੰ ਉਪਦੇਸ਼ ਦਿੱਤਾ ਗਿਆ ਹਰ ਇੱਕ ਧਰਮ ਦੇ ਵੱਲੋਂ। ਸੋ ਆਪਾਂ ਇਹਨੂੰ ਮੰਨੀਏ। ਸੋ ਜਗਦੀਸ਼ ਲਾਲ ਅਹੂਜਾ ਹੋਰਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਔਰ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਂ ਜ਼ਰੂਰ ਰਹੇਗਾ, ਲੰਗਰ ਬਾਬਾ ਜੀ। ਤੇ ਆਪਾਂ ਹੁਣ ਚਲੀਏ, ਜਾਣ ਦਾ ਵੇਲਾ ਹੋ ਗਿਆ। ਬਿਲਕੁਲ ਜੀ। ਸੋ ਇੱਥੇ ਪ੍ਰੋਗਰਾਮ ਨੂੰ ਸਮੇਟਦੇ ਹਾਂ। ਫਿਲਹਾਲ ਦਿਓ ਇਜਾਜ਼ਤ, ਕੱਲ ਨੂੰ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।